गुरु वचन 29वां शब्द तीसरा संतों की बाणी पन्ना 114। गुरु में गुनाहगारे अत पारी, गुरु में गुनाहगारे अत पारी। काम क्रोध और छल चतुराई, इन संग है मेरी यारी। मैं उस परमात्मा सावण कृपाल दे चरनां विच वारंवार नमस्कार करदा हां जिन्हां ने सानू ਆਪ ਦਾ ਜਸ਼ ਕਰਨ ਦਾ ਮੌਕਾ ਦਿੱਤਾ ਹੈ। ਇਹ ਉਹਨਾਂ ਦੀ ਹੀ ਦਇਆ ਹੈ ਜੋ ਅਸੀਂ ਉਹਨਾਂ ਦਾ ਭਗਤੀ ਕਰ ਸਕਦੇ ਹਾਂ। ਜੀਵ ਦੀ ਕੋਈ ਤਾਕਤ ਨਹੀਂ, ਇਹ ਨਿਰਬਲ ਹੈ। ਮਹਾਰਾਜ ਜੀ ਕਹਿੰਦੇ ਹੁੰਦੇ ਕਿ ਅੰਨੇ ਦੀ ਤਾਕਤ ਨਹੀਂ, ਸੁਜਾਖੇ ਨੂੰ ਪਕੜ ਲਵੇ। ਜਿੰਨਾ ਚਿਰ ਸੁਜਾਖਾ ਖੁਦ ਹੀ ਆਵਾਜ਼ ਦੇ ਕੇ ਉਂਗਲੀ ਇਹਨੇ ਦੇ ਹੱਥ ਵਿੱਚ ਨਹੀਂ ਪਕੜਾ ਦਿੰਦਾ। ਜਦ ਭਗਤ ਆਪਣੀਆਂ ਕਮਜ਼ੋਰੀਆਂ ਕੰਨੀ ਸ਼ਿਸ਼ ਦੇਖਦਾ ਹੈ ਕਿ ਮੇਰੇ ਅੰਦਰ ਕਿਤਨੀਆਂ ਕਮਜ਼ੋਰੀਆਂ ਹਨ, ਮੈਂ ਕਿਤਨੇ ਐਬ ਕਰਦਾ ਹਾਂ, ਪਾਪ ਕਰਦਾ ਹਾਂ। ਹੋ ਸਕਦਾ ਕਿ ਮੈਨੂੰ ਇਹਨਾਂ ਪਾਪਾਂ ਬਦਲੇ, ਐਬਾਂ ਬਦਲੇ ਕਿੰਨੀ ਲੰਮੀ ਔਰ ਕਰੜੀ ਸਜ਼ਾ ਭੁਗਤਣੀ ਪਏਗੀ। ਤੋ ਸੱਚੇ ਦਿਲੋਂ ਬੇਨਤੀ ਕਰਦਾ ਹੈ ਕਿ हे परमात्मा, हे गुरुदेव, ਤੂੰ ਲੇਖਾ ਲੈਣ ਤੋਂ ਪਹਿਲੇ ਮੈਨੂੰ ਬਖਸ਼ ਦੇ। ਅਗਰ ਤੂੰ ਲੇਖਾ ਲਵੇਂ ਮੈਂ ਦੇ ਨਹੀਂ ਸਕਦਾ। ਕਬੀਰ ਸਾਹਿਬ ਕਹਿੰਦੇ ਹੈ, ਬਾਪ ਰਾਮ ਸੁਣ ਬੇਨਤੀ ਮੇਰੀ, ਤੁਮ ਸੋ ਪ੍ਰਗਟ ਲੋਗਨ ਸੇ ਚੋਰੀ। ਪਹਿਲੇ ਕਾਮ ਮੁਗਧ ਮਨ ਕੀਆ, ਤਾਂ ਪੈ ਡਰ ਪੈ ਮੇਰਾ ਜੀਆ। ਤੋ ਰਾਮ ਰਾਏ ਮੈਂ ਸ਼ਰਨ ਆਇਆ, ਹੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ, ਤੂੰ ਮੈਨੂੰ ਲੇਖਾ ਲੈਣ ਤੋਂ ਪਹਿਲਾਂ ਬਖਸ਼ ਦੇ। ਗੁਰੂ ਨਾਨਕ ਵੀ ਕਹਿੰਦੇ ਹੈ, ਲੇਖਾ ਕਰਤ ਨ ਛੂਟੀਏ, ਖਿਨ ਖਿਨ ਭੂਲਨ ਹਾਰ। ਬਖਸ਼ਨ ਹਾਰਾ ਬਖਸ਼ ਲੈ ਤੇ ਨਾਨਕ ਪਾਰ ਉਤਾਰ। ਮਹਾਰਾਜ ਸਾਵਨ ਸਿੰਘ ਬੜੇ ਪਿਆਰ ਨਾਲ ਕਹਿੰਦੇ ਹੁੰਦੇ ਸੀ ਕਿ ਬਾਹਰੋਂ ਕਹਿਣਾ ਮੈਂ ਪਾਪੀ ਹਾਂ, ਮੈਂ ਗੁਨਾਹਗਾਰ ਹਾਂ, ਮੈਥੋਂ ਸਭ ਚੰਗੇ ਹੈ। ਸੱਚਾਈ ਇਹ ਹੈ ਕਿ ਕਾਫੀ ਆਸਾਨ ਹੈ ਇਹ ਲਫ਼ਜ਼ ਕਹਿ ਦੇਣਾ। ਅੰਦਰੋਂ ਪਾਪ ਨੂੰ ਕਬੂਲ ਕਰਨਾ, ਅੰਦਰੋਂ ਐਬ ਨੂੰ ਕਬੂਲ ਕਰਨਾ ਬੜਾ ਮੁਸ਼ਕਿਲ ਹੈ। ਸੱਚ ਤਾਂ ਇਹ ਹੈ ਕਿ ਸਾਡੇ ਐਬ ਦੋ ਪ੍ਰਕਾਰ ਦੇ ਆਦਮੀ ਦੱਸ ਸਕਦੇ ਹੈ, ਜਾਂ ਤਾਂ ਕੋਈ ਮਹਾਤਮਾ ਤੇ ਜਾਂ ਸਾਡਾ ਵਿਰੋਧੀ। ਵਿਰੋਧੀ ਨੇ ਤਾਂ ਸਾਡੇ ਸਾਹਮਣੇ ਕਹਿ ਦੇਣਾ ਕਿ ਤੇਰੇ ਅੰਦਰ ਇਹ ਪਾਪ ਹੈ, ਐਬ ਹੈ। ਤੋ ਮਹਾਤਮਾ ਨੇ ਸਾਨੂੰ ਪਿਆਰ ਨਾਲ ਸਮਝਾਉਣਾ ਹੈ ਕਿ ਵੀ ਇਹਨਾਂ ਚੀਜ਼ਾਂ ਨੂੰ ਛੱਡ ਦਿਓਗੇ ਤੇ ਤੁਹਾਡਾ ਇਹ ਫਾਇਦਾ ਹੈ। ਮੈਂ ਦੇਖਿਆ ਹੈ ਕਿ ਉਦੋਂ ਅਸੀਂ ਕੀ ਕਰਦੇ ਹਾਂ, ਬਜਾਏ ਗੁਨਾਹ ਮੰਨਣ ਦੇ ਗਿਰਗਿਟ ਦੀ ਤਰ੍ਹਾਂ ਰੰਗ ਵਟਾਉਂਦੇ ਹਾਂ ਕਿ ਹਾਂ ਹਾਂ ਸਾਨੂੰ ਇਹ ਕਿਉਂ ਕਹਿਤਾ ਕਿ ਤੁਹਾਡੇ ਵਿੱਚ ਇਹ ਐਬ ਹੈ। ਅਸੀਂ ਦੂਸਰਿਆਂ ਦੇ ਤਾਂ ਔਗਣ ਬਿਆਨ ਕਰਦੇ ਹਾਂ, ਆਪਣਾ ਔਗਣ ਦੇਖਦੇ ਨਹੀਂ। ਆਪਣੇ ਔਗਣ ਕਿਸ ਵਕਤ ਦਿਸਦੇ ਹੈ, ਜਦੋਂ ਅਸੀਂ ਫੈਲੇ ਹੋਏ ਖਿਆਲ ਨੂੰ ਸਿਮਰਨ ਦੇ ਜ਼ਰੀਏ ਤੀਸਰੇ ਤਿਲ ਤੇ ਇਕਾਗਰ ਹੋਣਾ ਸ਼ੁਰੂ ਕਰਦੇ ਹਾਂ। ਫਿਰ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਕਿਤਨੇ ਐਬ ਜਾਂ ਪਾਪ ਕਰਦੇ ਹਾਂ। ਇਸ ਵਾਸਤੇ ਗੁਰੂ ਮੈਂ ਗੁਨਾਹਗਾਰ ਅਤ ਭਾਰੀ, ਇਹ ਸ਼ਬਦ ਸਤਪੁਰਸ਼ ਪਰਮਾਤਮਾ ਸਾਵਲ ਨੇ
ਕਈ ਦਫਾ ਮਹਾਰਾਜ ਕਿਰਪਾਲ ਤੋਂ ਸੁਣਦੇ ਹੁੰਦੇ ਸਨ। ਤੁਸੀਂ ਦੇਖ ਲਓ, ਕੁੱਲ ਮਾਲਕ ਹੋ ਕੇ ਵੀ ਉਹ ਆਪਣੇ ਗੁਰੂ ਦੇਵ ਦੇ ਅੱਗੇ ਇਹ ਸ਼ਬਦ ਨੂੰ ਸੁਣਦੇ ਇੱਕ ਅਪਰਾਧੀ ਦੀ ਸੰਖਿਆ ਹੋ ਕੇ ਖੜ ਜਾਂਦੇ ਸਨ। ਫਿਰ ਸੇਵਕ ਕਹਿੰਦਾ ਹੈ ਕਿ ਮੇਰੇ ਵਿੱਚ ਕੀ ਐਬ ਹੈ। ਇਹਦੇ ਵਿੱਚ ਉਹ ਸਾਰੇ ਹੀ ਗਿਣਦਾ ਹੈ ਬੜੇ ਪਿਆਰ ਨਾਲ, ਕਿਉਂਕਿ ਜਿਤਨਾ ਚਿਰ ਅਸੀਂ ਆਪਣੇ ਐਬ ਨਹੀਂ ਦੇਖਾਂਗੇ ਔਰ ਗਿਣਾਂਗੇ ਨਹੀਂ, ਕਰਕੇ ਪੱਛੋ ਨਹੀਂ ਤਾਵਾਂਗੇ, ਉਹਨਾਂ ਚਿਰ ਕਿਸ ਤਰ੍ਹਾਂ ਮਾਫੀ ਮਿਲ ਸਕਦੀ ਹੈ। ਮਹਾਰਾਜ ਸਾਵਣ ਸਿੰਘ ਸਦਾ ਹੀ ਸਤਸੰਗਾਂ ਵਿੱਚ ਕਹਿੰਦੇ ਰਹੇ, ਇੱਕ ਆਦਮੀ ਐਬ ਵੀ ਕਰਦਾ ਹੈ, ਉਹ ਮਾਫੀ ਮੰਗਣ ਵਾਸਤੇ ਵੀ ਤਿਆਰ ਨਹੀਂ ਗਾ, ਬਲਕਿ ਸਚਾਈ ਪੇਸ਼ ਕਰਦਾ ਹੈ ਤਾਂ ਇੱਕ ਪਾਪ ਹੋਰ ਉਹ ਕਰ ਰਿਹਾ ਹੁੰਦਾ ਹੈ। ਮੈਂ ਬਹੁਤ ਸਾਰੇ ਆਪਦੇ ਜਾਤੀ ਤਜਰਬੇ ਆਮ ਕਰਦਾ ਹਾਂ। ਖੁਦ ਜਦ ਉਹਨਾਂ ਦੇ ਮੂੰਹ ਦੀ ਬਾਤ ਉਸੇ ਟਾਈਮ ਹੀ ਉਧਰਾ ਦਈਏ ਵੀ ਇਹ ਠੀਕ ਨਹੀਂ, ਤਾਂ ਪ੍ਰੇਮੀ ਗੁੱਸਾ ਕਰਦੇ ਹੈ ਕਿ ਇਹਨਾਂ ਨੇ ਹਾਂ ਕਿਉਂ ਨਹੀਂ ਕਹੀ। ਹੁਣ ਤੁਸੀਂ ਸੋਚ ਕੇ ਦੇਖ ਲਓ ਕਿ ਐਬੀ ਦੇ ਅਗਰ ਐਬ ਨੂੰ ਤੁਸੀਂ ਸੁਣ ਕੇ, ਕਿਸੇ ਦੀ ਨਿੰਦਿਆ ਸੁਣ ਕੇ ਅਗਰ ਹਾਂ ਕਰੋਗੇ, ਤੇ ਸੁਣਨ ਵਾਲਾ ਵੀ ਉਹਨਾਂ ਦੋਸ਼ੀ ਹੈ ਤੇ ਕਰਨ ਵਾਲਾ ਵੀ ਉਹਨਾਂ ਹੀ ਦੋਸ਼ੀ ਹੈ। ਫੇਰ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਵੀ ਨਿੰਦਿਆ ਨਾ ਖੱਟੀ ਹੈ, ਨਾ ਮਿੱਠੀ ਹੈ, ਨਾ ਚਟਪਟੀ ਹੈ। ਫਿਰ ਵੀ ਅਸੀਂ ਬੜੇ ਮਜ਼ਾਕ ਨਾਲ, ਪਿਆਰ ਨਾਲ ਇਸ ਦੇ ਵਿੱਚੋਂ ਸਵਾਦ ਲੈਂਦੇ ਹਾਂ। ਦਿਨ ਰਾਤ ਸਾਨੂੰ ਚਿੰਬੜੀ ਹੋਈ ਹੈ। ਤਾਂ ਸਵਾਮੀ ਜੀ ਮਹਾਰਾਜ ਕਹਿੰਦੇ ਹੈ ਕਿ ਮੈਂ ਬੜਾ ਗੁਨਾਹਗਾਰ ਹਾਂ। ਗੁਨਾਹ ਕਦੋਂ ਦਿਸਦੇ ਹੈ? ਜਦੋਂ ਅਸੀਂ ਆਪਣੇ ਖਿਆਲ ਨੂੰ ਸ਼ਬਦ ਦੇ ਨਾਲ ਜੋੜਦੇ ਹਾਂ, ਪੂਰੇ ਮਹਾਤਮਾ ਦੀ ਸ਼ਰਨ ਵਿੱਚ ਜਾਂਦੇ ਹਾਂ ਜੀ। ਕਾਮ ਕ੍ਰੋਧ ਔਰ छल चतुराई इन संग है मेरी यारी। ਕੀ ਹੈ ਕਿ ਮੈਂ ਕਾਮੀ ਹੈ। ਸਾਨੂੰ ਪਤਾ ਹੈ ਨਾ ਤਾਂ ਕਾਮੀ ਪਰਮਾਤਮਾ ਦੀ ਭਗਤੀ ਕਰ ਸਕਦਾ ਹੈ, ਨਾ ਕ੍ਰੋਧੀ ਕਰ ਸਕਦਾ ਹੈ, ਨਾ ਲਾਲਚੀ ਕਰ ਸਕਦਾ ਹੈ। ਕਾਮ ਔਰ ਨਾਮ ਦੀ ਦੁਸ਼ਮਣੀ ਹੈ। ਜਿੱਥੇ ਕਾਮ ਹੈ ਉੱਥੇ ਨਾਮ ਨਹੀਂ ਪ੍ਰਗਟ ਹੁੰਦਾਗਾ, ਕਿਉਂਕਿ ਨਾਮ ਦੀ ਚੜਾਈ ਉੱਪਰ ਨੂੰ ਹੈ, ਕਾਮ ਦੀ ਗਿਰਾਵਟ ਨੀਚੇ ਨੂੰ ਹੈ। ਜਿੱਥੇ ਦਿਨ ਹੈ ਉੱਥੇ ਰਾਤ ਨਹੀਂ, ਜਿੱਥੇ ਰਾਤ ਹੈ ਉੱਥੇ ਦਿਨ ਨਹੀਂ। ਜਿਸ ਹਿਰਦੇ ਦੇ ਅੰਦਰ ਦਿਨ ਰਾਤ ਕਾਮ ਦੇ ਝੌਂਕੇ ਉੱਠ ਰਹੇ ਹੈ ਪਿਆਰੇ, ਉੱਥੇ ਨਾਮ ਕਿਸ ਤਰ੍ਹਾਂ ਪ੍ਰਗਟ ਹੋਏਗਾ। ਕ੍ਰੋਧ ਦੇ ਨਾਲ ਰੂਹ ਜਿਹੜੀ ਹੈ, ਸਾਡੀ ਆਤਮਾ ਹੈ, ਖਿਆਲ ਹੈ ਜਿਹੜੇ ਉਹ ਫੈਲ ਜਾਂਦੇ ਹੈ। ਸਚਾਈ ਤਾਂ ਹੈ ਕਿ ਕ੍ਰੋਧੀ ਦਾ ਖੂਨ ਜਲ ਜਾਂਦਾ ਹੈ। ਤੁਸੀਂ ਕਿਸੇ ਵੇਲੇ ਜਦ ਉਹਨੂੰ ਕ੍ਰੋਧ ਹੁੰਦਾ ਹੈ, ਕਈ ਦਿਨ ਉਹਦੀ ਤਬੀਅਤ ਜਿਹੜੀ ਹੁੰਦੀ ਹੈ ਉਹ ਠੀਕ ਨਹੀਂ ਹੁੰਦੀਗੀ। ਮੇਰਾ ਇੱਕ ਖਾਸ ਦੋਸਤ ਸੀ, ਉਸ ਨੂੰ ਬੜੀ ਕ੍ਰੋਧ ਦੀ ਮਰਜ਼ ਸੀਗੀ। ਉਹਨੂੰ ਬੁਖਾਰ ਚੜ ਜਾਂਦਾ ਸੀ ਕ੍ਰੋਧ ਦੇ ਅੰਦਰ। ਤਾਂ ਮੈਂ ਉਸ ਨੂੰ ਪਿਆਰ ਨਾਲ ਕਿਹਾ ਵੀ ਦੇਖ, ਹੁਣ ਤੈਨੂੰ ਕ੍ਰੋਧ ਹੋ ਜਾਂਦਾ ਹੈ, ਤੇਰਾ ਪਿੰਡਾ ਜਿਹੜਾ ਹੈ ਉਹ ਫਿੰਸੀਆਂ ਨਾਲ ਭਰ ਜਾਂਦਾ ਹੈ, ਕਿਉਂਕਿ ਕ੍ਰੋਧੀ ਦੇ ਜਿਸਮ ਦੇ ਅੰਦਰ ਜ਼ਹਿਰ ਪੈਦਾ ਹੋ ਜਾਂਦਾ ਉਸ ਖੂਨ ਦਾ। ਤਾਂ ਜਿਸਮ ਦੇ ਉੱਤੇ ਜ਼ਰੂਰ ਉਸਦੇ ਫਿੰਸੀਆਂ ਨਿਕਲ ਆਉਂਦੀਆਂ ਹਨ। ਉਦੋਂ ਨਹੀਂ ਤੇ ਵਕਤ ਪਾ ਕੇ ਨਿਕਲਣਗੀਆਂ। ਮੈਂ ਕਿਹਾ ਤੂੰ ਖਾਣਾ ਖਾ ਲਿਆ ਕਰ, ਸ਼ਾਇਦ ਬੁਖਾਰ ਤੋਂ ਬਚ ਜਾ ਕਰੇ। ਉਹ ਮੰਨੇ ਹੀ ਨਹੀਂ, ਕਹਿੰਦਾ ਮੇਰੇ 'ਚ ਕ੍ਰੋਧ ਨਹੀਂ। ਮੈਂ ਹੱਸ ਕੇ ਕਿਹਾ, ਮੈਂ ਕਿਹਾ ਅਗਰ 7 ਸਮੁੰਦਰੋਂ ਪਾਰੋਂ ਡਾਕਟਰ ਆ ਕੇ ਇਸ ਗੱਲ ਨੂੰ ਸਾਬਤ ਕਰ ਦੇਵੇ ਝੂਠੀ, ਤਾਂ ਬਈ ਮੈਂ ਤੇਰਾ ਦੇਣਦਾਰ ਹੋਊਂਗਾ। ਮਾਲਕ ਦੀ ਮੌਜ, ਵਾਕਿਆ ਹੀ 7 ਸਮੁੰਦਰੋਂ ਪਾਰੋਂ ਇੱਥੇ ਡਾਕਟਰ ਆਇਆ। ਉਹ ਪ੍ਰੇਮੀ ਵੀ ਅੰਦਰੋਂ ਨਿਕਲਿਆ, ਤਾਂ ਉਹਦੇ ਅੱਗੇ ਉਹ ਖੜ ਗਿਆ ਬੜੇ ਚਾਅ ਨਾਲ ਵੀ ਲੈ ਬਾਹਰੋਂ ਡਾਕਟਰ ਆਇਆ ਹੈ, ਇਸ ਨੂੰ ਦਿਖਾਈਏ, ਸ਼ਾਇਦ ਇਹ ਮੇਰੀ ਫਿੰਸੀਆਂ ਦਾ, ਫੋੜਿਆਂ ਦਾ ਇਲਾਜ ਦੱਸੇਗਾ। ਉਹ ਝਾਕ ਕੇ ਅੱਖਾਂ ਕੰਨੀ ਕਹਿੰਦਾ ਵੀ ਤੈਨੂੰ ਕ੍ਰੋਧ ਦੀ ਮਰਜ਼ ਹੈ। ਹੁਣ ਅਸੀਂ ਕਈ ਪ੍ਰੇਮੀ ਪਾਸ ਖੜੇ ਸੀ, ਉਹ ਮੁੱਕਰਨ ਲੱਗਿਆ। ਮੈਂ ਕਿਹਾ ਵੀ ਹੁਣ ਮੁੱਕਰਨ 'ਚ ਕੀ ਫਾਇਦਾ ਹੈ, ਬੋਲਦੇ ਸੱਚ। ਕੀ ਹੁਣ ਐਸੇ ਆਦਮੀਆਂ ਦੇ ਖਿਆਲ ਟਿਕਣਗੇ?
जरा सोच के देख लो। कबीर साहब कहते हैं कामी क्रोधी लालची इनसे भगत ना होए ते भगती करे कोई सूरमा जात वर्ण कुल खोए। इस मैदान के अंदर भी कोई बहादुर आदमी ही ਜਿਹੜਾ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਫਸਦਾ ਉਹ ਬਹਾਦਰ ਹੀ ਹੈ। ਸੋ ਇਸ ਵਾਸਤੇ ਆ ਪਿਆਰ ਨਾਲ ਕਹਿੰਦੇ ਮੇਰੇ ਅੰਦਰ ਇਹ ਐਬ ਹੈ, ਕਾਮ ਹੈ, ਕ੍ਰੋਧ ਹੈ, ਚਤਰਾਈ ਹੈ, ਇਹਨਾਂ ਨਾਲ ਮੇਰੀ ਦੋਸਤੀ ਹੈ। ਅਗਰ ਮੈਨੂੰ ਕੋਈ ਪਿਆਰ ਨਾ ਕਹੇ ਕਿ ਇਹਨਾਂ ਨੂੰ ਛੱਡ ਦੇ, ਮੈਨੂੰ ਗੁੱਸਾ ਆਉਂਦਾ ਕਿ ਮੇਰੀ ਯਾਰੀ ਮੇਰੇ ਦੋਸਤਾਂ ਨੂੰ ਹਟਾਉਂਦੇ ਆ ਜੀ। काम क्रोध और छल चतुराई इन संग है मेरी यारी। लोभ मोह अहंकार ईर्षा मान बढ़ाई तारी। ਹੋਰ ਕੀ ਐਬ ਹੈ? ਮੇਰੇ ਅੰਦਰ ਲੋਭ ਹੈ। ਗੁਰੂ ਨਾਨਕ ਕਹਿੰਦੇ ਆ ਕਿ ਲੋਭੀ ਦਾ ਵਸਾ ਕਰਨਾ ਚਾਹੀਦਾ, ਕਹਿੰਦੇ ਨਹੀਂ, ਲੋਭੀ ਦਾ ਵਸਾ ਨਾ ਕੀਜੈ ਜੇ ਕੈ ਪਾਰ ਵਸਾਏ ਅੰਤ ਕਾਲ ਤਿੱਥੇ ਧੋਏ ਜਿੱਥੇ ਹੱਥ ਨਾ ਪਾਏ। ਲੋਭੀ ਕਿਤੇ ਵੀ ਸਾਨੂੰ ਧੋਖਾ ਦੇ ਸਕਦਾ ਹੈ। ਹੀਰਖਾ ਹੈ। ਹੁਣ ਹਰ ਆਦਮੀ ਆਪੋ ਆਪਣੇ ਕਰਮਾਂ ਦਾ ਬੀਜ ਖਾਣ ਵਾਸਤੇ ਭੁਗਤਣ ਵਾਸਤੇ ਇੱਥੇ ਆਉਂਦਾ ਹੈ। ਅਗਰ ਕੋਈ ਆਪਣੇ ਕਰਮਾਂ ਕਰਕੇ ਜਾਂ ਮਿਹਨਤ ਕਰਕੇ ਵਾਧਾ ਫੁੱਲਦਾ ਹੈ ਤਾਂ ਮੈਂ ਉਸ ਨੂੰ ਦੇਖ ਕੇ ਬੜਾ ਹੀ ਸੜਦਾ ਹਾਂ ਕਿ ਹਾਂ ਇਹ ਕਿਉਂ ਬਈ ਐਸਾ ਹੈ। ਇਹ ਮੇਰੇ 'ਚ ਹੀਰਖਾ ਵੀ ਹੈ। ਉਸ ਤੋਂ ਬਾਅਦ ਮੈਂ ਜਿੱਥੇ ਵੀ ਜਾਣਾ ਹੈ ਬਾਹਰੋਂ ਤਾਂ ਮੈਂ ਕਹਿ ਦਿੰਦਾ ਮੈਂ ਕੁਛ ਨਹੀਂ, ਪਰ ਅੰਦਰੋਂ ਮਾਨ ਹੀ ਮਾਨ ਚਾਹੁੰਦਾ ਹੈ। ਮੈਨੂੰ ਸਾਰੇ ਕਹਿਣ ਇਹ ਬੜਾ ਅੱਛਾ ਮਹਾਤਮਾ ਹੈ, ਬੜਾ ਅੱਛਾ ਆਦਮੀ ਹੈ ਜੀ। लोभ मोह अहंकार ईर्षा मान बढ़ाई तारी। कपटी लंपट झूठा हिंसक अस अस पाप करारी। मैं जो बात करता है बाहरों सिर्फ मिठा बोलदा, अंदर कपट है। मैं हिंसा तो भी बाज नहीं आउंदागा, अपनी जीव दी खातर अनेकां कतल करदा है। जवान नाल भी हिंसा करदा है, हिरदे दी कल्पना नाल भी करदा है। कोई हिंसा एक प्रकार की नहीं हुंदीगी, किसी दा गल भी कट देना या सोचना भी सारा दिन। कपटी लंपट झूठा हिंसक अस अस पाप करारी। हे गुरु रूप परमात्मा तू मैनू बख्श दे, ऐसे ऐसे मेरे पाप है, गुनाह है जी। कपटी लंपट झूठा हिंसक अस अस पाप करारी। दुख निरादर सहा न जाई सुख आदर अभिलाष परारी। मामूली दुख आउंदा है, सब वेद शास्त्र संत महात्मा कहते हैं कि परमात्मा ना किसी नूं दुख दिंदा है ना सुख दिंदा है। वो तो रहम दिल है, रहम करता है। दुख और सुख अगर भोगदे असीं अपने ही कर्मां दा भोगदे हैं। जो खेती असीं बीजते हैं उही कट्टण वास्ते आ जाते हैं। अगर कोई मिर्चां बीजदा है वो मिर्चा कटदा है, अगर कोई इख बीजदा वो इख कटदा है।
ਬੀਜਣ ਵੇਲੇ ਅਸੀਂ ਸੋਚਣਾ ਹੈ ਕਿ ਅਸੀਂ ਮਿੱਠਾ ਫਲ ਖਾਣਾ ਹੈ ਜਾਂ ਫਿੱਕਾ ਖਾਣਾ ਹੈ। ਫਰੀਦ ਸਾਹਿਬ ਕਹਿੰਦੇ ਆ, ਲੋੜੇ ਦਾਖ ਬਜਿਓਰੀਆਂ ਕਿੱਕਰ ਬੀਜੇ ਜੱਟ, ਹੰਡਾ ਉਨ ਕਤਾਏ ਦਾ ਤੇ ਪੈਂਦਾ ਲੋੜੇ ਪੱਟ। ਜਦ ਅਸੀਂ ਕਿੱਕਰਾਂ ਦੇ ਬੀਜ ਬੀਜਦੇ ਹਾਂ ਤਾਂ ਅੰਬ ਪਿਆਰਿਓ ਖਾਣ ਨੂੰ ਕਿੱਥੋਂ ਮਿਲੇਗਾ। ਜਦ ਮੋਟੀ ਉੱਨ ਅਸੀਂ ਕੱਢਦੇ ਹਾਂ ਭੇਡਾਂ ਦੀ ਬੱਕਰੀਆਂ ਦੀ, ਤਾਂ ਰੇਸ਼ਮ ਸਾਨੂੰ ਹੰਡਾਉਣ ਨੂੰ ਕਿੱਥੋਂ ਮਿਲੇਗਾ। ਉਸ ਵੇਲੇ ਕੀ ਕਰਦੇ ਹਾਂ ਕਿ ਅਸੀਂ ਉਸ ਪਰਮਾਤਮਾ 'ਚ ਨੁਕਸ ਕੱਢਦੇ ਹਾਂ ਕਿ ਮੇਰੇ ਨਾਲ ਪਰਮਾਤਮਾ ਐਸਾ ਕਿਉਂ ਕਰਦਾ ਹੈ। ਇੱਕ ਨਹੀਂ ਹਜ਼ਾਰਾਂ ਗੁਨਾਹ ਕਰਦੇ ਹਾਂ ਕਿ ਮੇਰੇ ਨਾਲ ਐਸਾ ਕਿਉਂ ਕਰਿਆ। ਜਿੱਥੇ ਜਾਂਦੇ ਹੈ ਉੱਥੇ ਮਾਨ ਚਾਹੁੰਦਾ ਹੈ, ਸੁਖ ਦੀ ਅਭਿਲਾਸ਼ਾ ਹੈ ਕਿ ਜੋ ਦੁਨੀਆ ਦੀ ਐਸ਼ੋ ਇਸ਼ਰਤਾ ਹੈ ਉਹ ਮੈਨੂੰ ਮਿਲ ਜਾਵੇ। ਉਹ ਪਾ ਕੇ ਕਿਹੜਾ ਅਸੀਂ ਖੁਸ਼ ਹੁੰਦੇ ਹਾਂ, ਉੱਥੇ ਫਿਰ ਦਿਲ ਖੁਸੂ ਖੁਸੂ ਕਰਦਾ ਹੈ, ਕਿਸੇ ਨਾ ਕਿਸੇ ਹੋਰ ਚੀਜ਼ ਨੂੰ ਤੜਫ ਰਿਹਾ ਹੁੰਦਾ ਹੈ ਜੀ। ਦੁਖ ਨਿਰਾਦਰ ਸਹਾ ਨ ਜਾਈ, ਸੁਖ ਆਦਰ ਅਭਿਲਾਸ਼ ਪਰਾਰੀ, व्यंजन स्वाद अधिक रस चाहे, मन रस ना यही चाट पड़ारी। ये है कि अच्छे स्वाद अच्छे खाने मैं पालदा है। देखीदा है कि जिन्हां लोकां नूं खाने दे मुताज है, व्यंजन कहते हैं अच्छे खाणिਆਂ ਨੂੰ, ਭੋਜਨ ਨੂੰ। ਦੇਖਿਆ ਹੈ ਕਿ ਉਹ ਭੁੱਖੇ ਮਰ ਜਾਣਗੇ, ਉਹ ਮਾੜਾ ਖਾ ਨਹੀਂ ਸਕਦੇ। ਅਗਰ ਮਾੜਾ ਉਹਨਾਂ ਦੇ ਅੱਗੇ ਕਰੀਏ ਤੇ ਉਹ ਉਲਟੀਆਂ ਕਰਦੇ ਹੈ। ਕਦੇ ਕਦੇ ਹਾਸਾ ਵੀ ਆਉਂਦਾ ਹੈ ਵੀ ਆਹ ਦੇਖੋ ਕਿ ਕੈਸਾ ਹੈ। ਐਸੇ ਐਸੇ ਚਾਟ ਅਸੀਂ ਜਦੋਂ ਲਾ ਲੈਂਦੇ ਹਾਂ, ਕੋਈ ਜੀਭ ਦਾ ਸਵਾਦੂ ਬਣ ਜਾਂਦਾ ਹੈ, ਕੋਈ ਕਾਮ ਇੰਦਰੀ ਦੇ ਵਸ ਵਿੱਚ ਆ ਜਾਂਦਾ ਹੈ ਕਿ ਇਹ ਅਸੀਂ ਭਜਨ ਕਰ ਸਕਦੇ ਹਾਂ। ਇਸ ਵਾਸਤੇ ਅਸੀਂ ਤਾਂ ਅਰਦਾਸ ਵੀ ਨਹੀਂ ਕਰ ਸਕਦੇ ਕਿ ਹੇ ਗੁਰੂਦੇਵ ਮੇਰੇ 'ਚ ਇਹ ਐਬ ਹੈ, ਤੂੰ ਬਖਸ਼ ਮੈਨੂੰ ਇਹਨਾਂ ਤੋਂ ਬਚਾ ਜੀ। व्यंजन स्वाद अधिक रस चाहे, मन रस ना यही चाट पड़ारी, तन और कामिन चित बसाए, पुत्र कलतर आस परारी। हालांकि जिस परमात्मा ने पैदा किया है उस ते भरोसा नहीं कि मैनू वो देवेगा और वो दिंदा है, लेकिन आस किहदी रखी है। कोई पुत दी आस करदा है, ये वड्डा होया मैनू खवाएगा। कोई औरत दा भगत बनया बैठा है, कोई कौम दा भगत बनया बैठा है। सो इस वास्ते आप कहते हो देने वाले ते भरोसा नहीं, देने वाले ते एतवार नहीं। तन्ना भगत अपनी बाणी विच लिखदा है कि पत्थर अंदर कीड़ा हुंदा है, किसे पास्यों रस्ता नहीं उस पासे जांदा, वो उत्थे भी रोजी पहुंचाउंदा है। जद वो कीड़े पतंगियां नूं रोजी दिंदा है कि इंसान नूं नहीं दिंदागा, वो दिंदा है। जद साडा जन्म हुंदा है, माता दे बोबियां दे विच पहला दुध नहीं आउंदागा, उदों असीं किहड़ी कमाई करदे हैं बई, कित्थों खट के लिआउने आ, किहड़ा खजाना असीं उत्थे पहला भेज दिता। तो सब तो पहला साडी पैदाइश तो पहला उहने माता दे बोबियां दे विच दुध लिआंदा, उदों खुराक दित्ती। लेकिन जैसे जैसे असीं बड़े हुन्ने हैं, वो परमात्मा दा आसरा छड्ड जाने हैं, अपने आसरे ते की लोकां दी आस टका लैने हैं जी।
ताने और कामिन चेत बसाए, पुत्र कलतर आस परारी। नाना बिद दुख पावत पापी, तो भी यह करतूत ना छाड़ी। ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਰੋਜ਼ ਕਸ਼ਟ ਸਹਿੰਦੇ ਹਾਂ। ਪਤੀ ਨਹੀਂ ਕਸ਼ਟ ਦਿੰਦਾ ਤਾਂ ਪਤਨੀ ਦਿੰਦੀ ਹੈ, ਪਤਨੀ ਨਹੀਂ ਦਿੰਦਾ ਪਤੀ ਦਿੰਦਾ ਹੈ, ਪੁੱਤਰ ਨਹੀਂ ਦਿੰਦਾ ਤਾਂ ਬਾਪ ਕਸ਼ਟ ਮਿਲਦਾ ਹੈ। ਉਧਰੋਂ ਉਧਰ ਅਸੀਂ ਦਿਨ ਰਾਤ ਮਤਲਬ ਦੇ ਕਰਕੇ ਇੱਕ ਦੂਜੇ ਨਾਲ ਚਿੰਬੜੇ ਹੋਏ ਹੈ। ਜਦ ਕਿਸੇ ਦਾ ਮਤਲਬ ਹੱਲ ਹੋ ਜਾਂਦਾ ਹੈ, ਪਿਆਰਿਓ, ਕੌਣ ਕਿਸੇ ਦੇ ਨੇੜੇ ਆਉਂਦਾ ਹੈ? ਗੁਰੂ ਤੇਗ ਬਹਾਦਰ ਨੇ ਕਿਹਾ ਸੀ ਕਿ ਜਦੋਂ ਸਾਡੇ ਪਾਸ ਸਾਰੇ ਸੁੱਖ ਹੁੰਦੇ ਹੈ, ਉਦੋਂ ਸਾਰੇ ਰਿਸ਼ਤੇ ਯਾਰ ਦੋਸਤ ਸਾਡੇ ਨਾਲ ਗੰਢ ਕੇ ਬੈਠ ਜਾਂਦੇ ਹੈ। ਜਦ ਹੀ ਨਿਰਤਨ ਦੇਖਿਆ ਨਰ ਕੋ ਸਾਥ ਛੋੜ ਕਰ ਭਾਗੇ। ਜਦ ਵੀ ਦੇਖਿਆ ਕਿ ਇਸ ਤੋਂ ਹੁਣ ਕੋਈ ਆਸ ਨਹੀਂ ਗੀ, ਇਹ ਬੁੱਢਾ ਹੋ ਗਿਆ, ਕਮਾਉਣੋਂ ਹਟ ਗਿਆ ਹੈ, ਸਾਰੇ ਸਾਥ ਛੱਡ ਜਾਂਦੇ ਹੈ ਜੀ। नाना बिद दुख पावत पापी, तो भी यह करतूत ना छाड़ी। ਫਿਰ ਵੀ ਉਹ ਪ੍ਰਮਾਤਮਾ ਤੇ ਆਸਰਾ ਨਹੀਂ ਕਰਦਾ, ਫਿਰ ਵੀ ਉਹਨਾਂ ਦੇ ਡੰਗ ਵੀ ਸਹਿੰਦਾ ਹੈ, ਉਹਨਾਂ ਨਾਲ ਹੀ ਫਿਰ ਚਿੰਬੜਦਾ ਹੈ ਜੀ। नाना बिद दुख पावत पापी, तो भी यह करतूत ना छाड़ी। यह मन दुष्ट काल का चेरा, नित परमावत निडर हुआरी। ਹੁਣ ਸੇਵਕ ਕਹਿੰਦਾ, ਹੇ ਗੁਰੂਦੇਵ, ਇਹ ਜੋ ਕੁਛ ਕਰਾਉਂਦਾ ਮੈਥੋਂ ਮੇਰਾ ਮਨ ਕਰਾਉਂਦਾ ਹੈ। ਵੱਡਾ ਕਾਲ ਤਾਂ ਮੈਂ ਜਦੋਂ ਦੇਖੂੰਗਾ ਉਦੋਂ ਹੀ ਪਤਾ ਲੱਗੇਗਾ। ਇਹ ਕਾਲ ਦਾ ਜਿਹੜਾ ਏਜੰਟ ਹੈ, ਇਹੀ ਮੈਨੂੰ ਦਿਨ ਰਾਤ ਹਿਰਨ ਦੀ ਤਰ੍ਹਾਂ ਇਹਨਾਂ ਚੀਜ਼ਾਂ ਦੇ ਵਿੱਚ ਫਸਾਈ ਫਿਰਦਾ ਹੈ ਜੀ। यह मन दुष्ट काल का चेरा, नित परमावत निडर हुआरी। जब जब चोट पड़ी दुखन की, तब डर डर कर भजन करारी। ਹੁਣ ਆ ਪਿਆਰ ਨਾਲ ਕਹਿੰਦੇ ਆ ਕਿ ਹੇ ਸਤਿਗੁਰੂ ਦੇਵ, ਜਦ ਕੋਈ ਦੁੱਖ ਆਏ, ਕੋਈ ਬਿਮਾਰੀ ਆਈ, ਬੇਰੁਜ਼ਗਾਰੀ ਆਈ, ਉਸ ਵੇਲੇ ਉਸ ਤੋਂ ਛੁਟਕਾਰਾ ਪਾਉਣ ਦੀ ਖਾਤਰ ਕਿਤੇ ਮੈਂ ਭੁੱਲ ਭੁਲੇਖੇ ਤੇਰੀ ਯਾਦ 'ਚ ਬੈਠ ਗਿਆ ਹੈ। ਜਦ ਫੇਰ ਉਹ ਟਾਈਮ ਲੰਘ ਗਿਆ, मैं फिर तेन वसार देता है जी। जब जब चोट पड़ी दुखन की, तब डर डर कर भजन करारी। देखो दया में हर सतगुर की, उसी भजन को मान लियारी। ਹੁਣ ਸੰਤ ਜੋ ਹੁੰਦੇ ਆ, ਇਹ ਗਰੀਬ ਨਵਾਜ ਹੁੰਦੇ ਹੈ। ਤੇ ਬੜੀ ਭਾਰੀ ਪ੍ਰਮਾਤਮਾ ਨੇ ਅੰਦਰ ਮਾਫੀ ਰੱਖੀ ਹੈ, ਦਇਆ ਰੱਖੀ ਹੈ। ਉਹ ਫਿਰ ਵੀ ਕਹਿੰਦੇ ਚਲੋ ਕੁਛ ਤਾਂ ਇਹਨੇ ਕਰਿਆ ਹੀ ਹੈ, ਚੱਲ ਦੁੱਖ ਤੋਂ ਡਰਦੇ ਨਹੀਂ ਬੈਠਾ ਹੈ, ਕੁਛ ਤਾਂ ਬੈਠਾ ਹੈ। ਉਹ ਉਸੇ ਨੂੰ ਹੀ ਮੰਨ ਲੈਂਦਾ ਹੈ ਜੀ। देखो दया में हर सतगुर की, उसी भजन को मान लियारी।
बुद्ध चतुराई बचन बनावट, हार जीत की चर्चा तारी। ਹੋਰ ਮੇਰੇ ਵਿੱਚ ਕੀ ਐਬ ਹੈ, ਮੈਂ ਬੁੱਧੀ ਦੇ ਬਲ ਨਾਲ ਬੜਾ ਚਤਰ ਬਣਦਾ ਹਾਂ, ਇੱਕ ਦੂਜੇ ਨੂੰ ਹਰਾਉਣ ਤੇ ਲੱਗੇ ਹੋਏ ਹੈ। ਕਦੇ ਹਿੰਦੂਆਂ ਨਾਲ ਚਰਚਾ ਹੋ ਰਹੀ ਹੈ, ਕਦੇ ਮੁਸਲਮਾਨਾਂ ਨਾਲ ਚਰਚਾ ਹੋ ਰਹੀ ਹੈ, ਕਦੇ ਸਿੱਖਾਂ ਨਾਲ ਬਹਿਸ ਮੁਬਾਸਾ ਹੋ ਰਿਹਾ ਹੈ। ਇੱਕ ਦੂਸਰੇ ਨੂੰ ਚਰਚਾ ਕਰਕੇ ਹਰਾਉਣ ਤੇ ਲੱਗੇ ਹੈ। ਅਕਸਰ ਮੈਂ ਲੈਕਚਰਾਰ ਲੋਕਾਂ ਨੂੰ ਦੇਖਦਾ ਹੁੰਦਾ ਹੈ, ਵੈਸੇ ਤਾਂ ਮੂੰਹ ਤੋਂ ਦੂਸਰਿਆਂ ਨੂੰ ਪ੍ਰਚਾਰ ਕਰਦੇ ਹੈ ਬਈ ਤੁਸੀਂ ਇੱਕ ਹੋ ਔਰ ਸ਼ਾਂਤ ਰਹੋ, ਲੇਕਿਨ ਅੰਦਰੋਂ ਨਹੀਂ ਹੁੰਦਾਗਾ। ਅੰਦਰੋਂ ਗਿਰਗਿਟ ਦੀ ਤਰ੍ਹਾਂ ਰੰਗ ਵਟਾਉਂਦੇ ਹੁੰਦੇ ਹੈ। ਸਭ ਕੁਝ ਇਸ ਦੇ ਉਲਟ ਹੁੰਦਾ ਹੈ। ਇਸ ਵਾਸਤੇ ਸੰਤ ਮਹਾਤਮਾ ਕਹਿੰਦੇ ਹੈ ਕਿ ਮੈਂ ਬੜਾ ਹੀ ਬੁੱਧੀ ਦੇ ਬਲ ਨਾਲ ਔਰ ਹਾਰ ਜਿੱਤ ਦੀ ਚਰਚਾ ਮੇਰੇ ਦਿਲ ਵਿੱਚ ਰਹਿੰਦੀ ਹੈ ਕਿ ਮੈਂ ਉਸ ਨੂੰ ਅੱਜ ਬਹਿਸ ਮੁਬਾਸੇ ਦੇ ਵਿੱਚ ਹਰਾ ਲਿਆ, ਮੈਂ ਉਸ ਨੂੰ ਮੂਹਰੇ ਬੋਲਣ ਨਹੀਂ ਦਿੱਤਾਗਾ। ਜੋ ਪੜ੍ਹ ਕੇ ਦੇਸ਼ ਨੂੰ ਅੱਗੇ ਲਾਉਣ ਦੀ ਅਸੀਂ ਸੋਚਦੇ ਹਾਂ ਕਿ ਸਾਥੋਂ ਜ਼ਿਆਦਾ ਪੜ੍ਹਿਆ ਲਿਖਿਆ ਕੌਣ ਹੈ। ਮੈਂ ਕਬੀਰ ਸਾਹਿਬ ਦੀ ਜੀਵਨੀ ਦੇ ਵਿੱਚੋਂ ਘਟਨਾ ਸੁਣਾਉਂਦੇ ਹੁੰਦੇ ਹੈ ਕਿ ਕਿਸ ਤਰ੍ਹਾਂ ਸਰਬਜੀਤ ਪੰਡਤ ਜਿਹਨੇ ਕਿ ਹਿੰਦੁਸਤਾਨ ਦੇ ਅੰਦਰ ਹਰ ਇੱਕ ਨੂੰ ਚਰਚਾ ਕਰਕੇ ਜਿੱਤ ਲਿਆ ਸੀ ਤਾਂ ਉਹਦਾ ਨਾਂ ਸਰਬਾਨੰਦ, ਪਰ ਉਹਨੇ ਆਪਦੇ ਆਪ ਨੂੰ ਸਰਬਜੀਤ ਵੀ ਸਭ ਨੂੰ ਮੈਂ ਹਰਾ ਲਿਆ ਹੈ, ਮੈਂ ਸਭ ਤੇ ਜੇਤੂ ਹੋ ਗਿਆ ਹੈ। ਜਿਹੜੀ ਉਹਦੀ ਮਾਤਾ ਸੀ ਉਹ ਕਬੀਰ ਸਾਹਿਬ ਦੀ ਨਾਮਲੇਵਾ ਸੀ। ਉਹ ਕਹਿਣ ਲੱਗੀ ਕਿ ਬੇਟਾ ਪੜ੍ਹ ਕੇ ਤੂੰ ਨਰਮ ਹੋਣਾ ਸੀਗਾ, ਤੇਰਾ ਦਿਲ ਮੋਮ ਵਰਗਾ ਹੋਣਾ ਸੀ, ਤੂੰ ਕਿਹੜੇ ਪਾਸੇ ਲੱਗ ਗਿਆ ਹੈ। ਅਖੀਰ ਰੋਜ਼ ਚਰਚਾ ਹੁੰਦੀ ਸੀਗੀ ਕਿ ਤੂੰ ਇੱਕ ਅਨਪੜ੍ਹ ਜਲਾਹੇ ਦੇ ਪਾਸ ਜਾਨੀ ਹੈ। ਉਹ ਕਹਿੰਦੀ ਮੈਂ ਤੈਨੂੰ ਤਾਂ ਮੰਨਾਂ ਜੇ ਤੂੰ ਕਬੀਰ ਸਾਹਿਬ ਨੂੰ ਹਰਾ ਲਵੇਂ ਤਾਂ। ਉਹਨਾਂ ਵਕਤਾਂ ਦੇ ਵਿੱਚ ਅੱਜ ਦੀ ਤਰ੍ਹਾਂ ਟ੍ਰੇਨਾਂ ਤਾਂ ਨਹੀਂ ਹੁੰਦੀਆਂ ਸੀ, ਜਾਂ ਬੈਲ ਗੱਡੀਆਂ ਤੇ ਜਾਂ ਬੈਲਾਂ ਤੇ ਲੋਕ ਸਮਾਨ ਲੱਦ ਕੇ ਲਿਜਾਂਦੇ ਸੀਗੇ। ਤੋ ਸਰਬਜੀਤ ਬੈਲ ਲੱਦ ਕੇ ਕਿਤਾਬਾਂ ਤੇ ਤੋ ਕਬੀਰ ਸਾਹਿਬ ਦੇ ਜਾ ਪਹੁੰਚਿਆ। ਕਬੀਰ ਸਾਹਿਬ ਤਾਂ ਬਾਹਰ ਕਿਤੇ ਗਏ ਹੋਏ ਸਨ। ਤੋ ਕਮਾਲੀ ਸੀ ਕਰੇ, ਪੁੱਛਿਆ ਕਿ ਕਬੀਰ ਸਾਹਿਬ ਦਾ ਇਹੀ ਘਰ ਹੈ। ਉਹ ਕਹਿਣ ਲੱਗੀ ਕਬੀਰ ਦਾ ਘਰ ਅਸਮਾਨ ਤੇ, ਯਹਾਂ ਸਿਲਹਲੀ ਗੈਲ, ਪਉ ਨਾ ਟਿਕੇ ਪਪੀਲ ਦਾ, ਪੰਡਤ ਲਾਦੇ ਬੈਲ। ਕੀ ਤੂੰ ਕਬੀਰ ਸਾਹਿਬ ਨੂੰ ਇਨਸਾਨ ਸਮਝਦਾ ਹੈ? ਉਹ ਤਾਂ ਪਰਮਾਤਮਾ ਹੈ, ਸੱਚਖੰਡ ਉਹਦਾ ਘਰ ਹੈ, ਕੋਈ ਉਹਦਾ ਦੁਨੀਆ ਤੇ ਘਰ ਹੈ। ਉੱਥੇ ਤਾਂ ਚੀਂਟੀ ਵੀ ਨਹੀਂ ਚੜ ਸਕਦੀ ਕਿ ਤੂੰ ਕਿਤਾਬਾਂ ਦੇ ਬਲਦ ਲੱਦੀ ਫਿਰਦਾ ਹੈ। ਖੈਰ ਇਤਨੀਆਂ ਬਾਤਾਂ ਹੁੰਦਿਆਂ ਕਬੀਰ ਸਾਹਿਬ ਵੀ ਆ ਗਏ। ਉਹ ਕਹਿਣ ਲੱਗਿਆ ਮੇਰੇ ਨਾਲ ਤੁਸੀਂ ਬਹਿਸ ਮੁਬਾਸਾ ਸ਼ਾਸਤਰਾਸਤ ਕਰੋ। ਕਬੀਰ ਸਾਹਿਬ ਕਹਿਣ ਲੱਗੇ ਕਿ ਮੈਂ ਤਾਂ ਬਈ ਕਦੇ ਕਿਸੇ ਨਾਲ ਜਿੱਦਿਆ ਨਹੀਂ, ਬਹਿਸ ਮੁਬਾਸਾ ਨਹੀਂ ਕੀਤਾ, ਨਾ ਮੈਂ ਤੇਰੇ ਜਿੰਨਾ ਪੜ੍ਹਿਆ ਹੀ ਹੈ। ਕਿਉਂਕਿ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਸੰਤਾਂ ਦੀ ਚੁੱਪ ਹੀ ਜਿੱਤ ਹੁੰਦੀ ਹੈ। ਚੁੱਪ ਕਰਨਾ ਕਿਹੜਾ ਆਸਾਨ ਹੁੰਦਾ ਹੈ। ਤੋ ਇਸ ਵਾਸਤੇ ਉਹ ਕਹਿੰਦਾ ਫਿਰ ਤੂੰ ਲਿਖ ਦੇ ਵੀ ਸਰਬਜੀਤ ਜਿੱਤ ਗਿਆ ਔਰ ਕਬੀਰ ਹਾਰ ਗਿਆ ਹੈ। ਉਹ ਕਹਿਣ ਲੱਗਾ ਮੈਂ ਲਿਖਣ ਤਾਂ ਜਾਣਦਾ ਨਹੀਂ, ਮੈਂ ਸਹੀ ਪਾ ਦੂੰਗਾ, ਲਿਖ ਤੂੰ ਲੈ। ਉਸਨੇ ਲਿਖ ਲਿਆ ਵੀ ਕਬੀਰ ਸਾਹਿਬ ਹਾਰ ਗਿਆ, ਸਰਬਜੀਤ ਜਿੱਤ ਗਿਆ ਹੈ। ਜਦ ਘਰੇ ਜਾ ਕੇ ਉਹ ਮਾਤਾ ਨੂੰ ਦਿਖਾਉਣ ਲੱਗਿਆ, ਉੱਥੇ ਇਹਦੇ ਉਲਟ ਲਿਖਿਆ ਹੋਇਆ ਸੀਗਾ ਵੀ ਸਰਬਜੀਤ ਜਿਹੜਾ ਹੈ ਉਹ ਹਾਰ ਗਿਆ ਹੈ, ਕਬੀਰ ਸਾਹਿਬ ਜਿੱਤ ਗਿਆ ਹੈ। ਬੜੀ ਮੁਸ਼ਕਿਲ ਹੋਈ ਕਿ ਸ਼ਾਇਦ ਇਹ ਮੇਰਾ ਭੁਲੇਖਾ ਰਹੇਗਾ ਲਿਖਣ ਦਾ। ਫੇਰ ਗਿਆ, ਉਹ ਕਹਿੰਦਾ ਤੂੰ ਫੇਰ ਲਿਖ ਲਾ, ਮੈਂ ਫੇਰ ਸਹੀ ਪਾ ਦਿੰਦਾ ਬਈ। ਫੇਰ ਲਿਖਿਆ, ਆਪਣੀ ਗਲਤੀ ਨਹੀਂ ਮੰਨੀ। ਕਹਿਣ ਲੱਗਿਆ ਕਿ ਮੈਂ ਸੁਣਦਾ ਸਾਂ ਲੋਕਾਂ ਤੋਂ ਵੀ ਕਬੀਰ ਸਾਹਿਬ ਜਾਦੂਗਰ ਹੈ, ਜੋ ਕੁਛ ਕੀਤਾ ਹੈ ਇਹ ਉਹਨਾਂ ਨੇ ਜਾਦੂ ਕਰਕੇ ਕੀਤਾ ਹੈ, ਮੇਰਾ ਲਿਖਿਆ ਪਲਟ ਦਿੰਦੇ ਹੈ। ਮਾਤਾ ਨੇ ਕਿਹਾ ਵੀ ਦੇਖ
वो कुल मालिक है, तो अपना जीवन सुधार। आखिरों ਸਰਬਜੀਤ ਨੇ ਕਬੀਰ ਸਾਹਿਬ ਤੋਂ ਨਾਮਦਾਨ ਪ੍ਰਾਪਤ ਕੀਤਾ ਸੀਗਾ। ਸੋ ਪਿਆਰਿਓ, ਸਾਨੂੰ ਵੀ ਉਸ ਤਰ੍ਹਾਂ ਦੀ ਆਦਤ ਬਣ ਜਾਂਦੀ ਹੈ। ਗੁਰੂ ਨਾਨਕ ਕਹਿੰਦੇ ਜੇਤਾ ਪੜਿਆ ਤੇਤਾ ਕੜਿਆ, ਓਨੀ ਸਾਨੂੰ ਆਦਤ ਪੈ ਜਾਂਦੀ ਹੈ ਇੱਕ ਦੂਸਰੇ ਦੇ ਨਾਲ ਜਿੱਦਣ ਦੀ। ਜੀ ਬੁੱਧ ਚਤੁਰਾਈ ਬਚਨ ਬਨਾਵਟ, ਹਾਰ ਜੀਤ ਕੀ ਚਰਚਾ ਤਾਰੀ, ਸ਼ੇਖੀ ਬਹੁਤ ਪ੍ਰੀਤ ਨਹਿ ਅੰਤਰ, भोले भगतन तोख दियारी। ਸੇਖੀ ਹੈ, ਜੋ ਕੁਛ ਮੈਂ ਬੋਲਦਾ ਹੈ ਉਹ ਮੈਂ ਕਰਦਾ ਨਹੀਂਗਾ। ਲੋਕਾਂ ਨੂੰ ਮਹਾਤਮਾ ਬਣ ਕੇ ਦਿਖਾਉਣਾ ਹੈ। ਜਿਹੜੇ ਭੋਲੇ ਭਾਲੀਆਂ ਆਤਮਾ ਹਨ ਉਹਨਾਂ ਨੂੰ ਮੈਂ ਦਿਨ ਰਾਤ ਧੋਖਾ ਦੇ ਰਿਹਾ ਹਾਂ ਕਿ मैं ਤੁਹਾਨੂੰ पार करूंगा। खुद सोच के देख लो, जो डुबंदे आपसे तारे किनखे, तरंदरो भी तार नानक फिर सो रतिया। कोई तारो ही महाराज कहते होंगे तरन सानू सिखा सकता है, पढ़िया ही पढ़ा सकता है। जिसने खुद तक कदे भजन अभ्यास नहीं बैठ के कीता, खुद अंदर नहीं गया, वो किसी नूं जे अगर गल्लां सुणाउंदा है तुसीं समझ लो भी भोले भगतन धोख दी यारी, की वो बख्शिया जाएगा? आत्मघाती महापापी। सो इस वास्ते आप प्यार ना कहते हैं कि आ भी मेरे अंदर पाप है कि मैं बड़े ही भोली दुनिया नू धोखा भी दिंदा रहा है। जी शेखी बहुत प्रीत नह अंतर, भोले भगतन तोख दियारी, नारे नारी बहुतक बस कीने, मान प्रतिष्ठा भोग कियारी। बड़े ही है सतगुरु मैं नर नारियों नू बस विच कीता, 10 प्रचारक रख ले, वो मेरे छोले गाउण लग पे। कबीर साहब कहते हैं कि फुट्टी अख बबेक की, लिखे न संत असंत, ते जिस दे नाल 10-20 है तिसका नाम महंत। कमाई दी चर्चा नहीं, इकट्ठ दी है। ऐसियां कहानियां महाराज सावण सिंह ने हमेशा ही दसदे हुंदे सी। कोई वग बाहर चरण जा रहा सीगा तो कोई महात्मा भी तुरया जांदा सीगा। वो कहण लग्या, वेखो महात्मा जी किन्ना वड्डा इकट्ठ गाइयां दा वग जा रहा है। वो कहंदा तेरा उहदे विच भी प्यारा की है? कहंदा जी मेरा अपना तो कुछ नहीं गा, उत्थे मेरे ताए दा कटा है। इसे तरह है असी आम तौर दे उत्ते की करते हैं, कहंदे जी उत्थे कट्ठ बड़ा है, कोई कहंदा उत्थे बर्तन बड़े है। महाराज सावण सिंह कहते हुंदे सीगे भी हरिद्वार दे अंदर कोई पूर्ण महात्मा नहीं, किन्ना उत्थे इकट्ठ हुंदा भी। सारे मुल्क दीयां ट्रेनां चलदियां उधर नूं, कुरुक्षेत्र दे अंदर कितने करोड़ा आदमी इकट्ठे हो जाते हैं। कि इकट्ठ दा सबूत है भी इत्थे संत है। गुरु नानक कहते हैं जै सतगुर तै सतसंग बनाई। संगत गुरु नूं पैदा नहीं कर सकती, जिथे गुरु है उही संगत बनाउंदा है। इस वास्ते आप प्यार ना कहते हैं नर नारी बहुतक बस कीने, मान प्रतिष्ठा कियारी। मैं हमेशा इतने लोग बनावटी आपदा रच के और वस कीते हैं, और मान प्रतिष्ठा साडी दुनिया की ऐसी चाल है जिथे 4 आदमी। महाराज सावण सिंह भी कहते रहे, महाराज कृपाल सिंह एक दफा मेरे पिछले आश्रम दे कोल दी भेड़ां जा रही सीगियां,
तो ਅਸੀਂ ਬੈਠੇ ਸੀ ਉੱਪਰ ਚੁਬਾਰੇ 'ਚ, ਕਿਉਂਕਿ ਸੜਕ ਉਹਦੇ ਅੱਗੇ ਦੀ ਹੈ। तो हंस के कहने लगे, आ भाई देख, ये चाल है दुनिया दी कि हरेक भेड़ दा दूसरी दे लत्तां 'ਚ सिर पाया होया सी, ना इधर ना इधर। फिर वो कहंदे भी एक भेड़ अगर खड्ड 'ਚ वड़ गई सारियां मगरे जाणगियां, एक पहाड़ नूं तुर पई मगरे जाणगियां। महाराज सावण सिंह कहते हुंदे सी भी भेड़ां दे वाड़े नूं अग लग गई, लोग तरस खा के उन्हां नूं बाहर कढण लगे और सोसाइटी नहीं छड्डदियां, विचे जा जा के राख होण लग गईयां। इसे तरह संत महात्मा साडे ते आके रहम करदे आ, असीं सोसाइटियां दे बज्जे होए उसे पासे नूं तुर पैने हैं जी। नार नारी बहुतक बस कीने, मान प्रतिष्ठा भोग कियारी। गुरु संग प्रीत कपट कुछ डर की, कभी थोड़ी कभी बहुत कियारी। अगर गुरु नाल मैं प्रीत करी भी है, कदे थोड़ी बहुती वखावे दी, या डरदे ने भी भजन ना कीता तो किते बीमार ना हो जावा, या मैनू सराफ ना लग जावे, या महात्मा किते गुस्से ना हो जान, तो इस तरह का अगर मैं भजन किया तो इस तरह का किया है जी। गुरु संग प्रीत कपट कुछ डर की, कभी थोड़ी कभी बहुत कियारी। कह लग औगण बारनू अपने, याद न आवत भूल गयारी। हुण आप कहंदे हे गुरुदेव, मैं अपने की अवगुण की है बयान करा, सारे तो मेरे याद ही नहीं, किन्ने क करे है, ये मोटे मोटे तुहानू ऐब दसे है जी। कह लग औगण बारनू अपने, याद न आवत भूल गयारी। चोर चुगल इंदरी रस माता, मतलब की सब बात विचारी। उनसे कहंदा कि हे सतगुरु जी, सब तो पहला तो मैं तेरा चोर है कि मैं सोचदा कि वह किहड़ा देखदा है। फिर मैनू चुगली की आदत है। सानू बहुत सारे लोगों नू तो चुगली का भी ज्ञान नहीं, भी चुगली कहंदे कास नू है। मैं अपने खास एक दोस्त की मिसाल दिना हुंदा है कि उसनू चुगली की बड़ी आदत, और एक दूजे नू फौरन लड़ा देना, ये एक बड़ी कला सी, मुहारत सी इहदे विच। एक दिन मैं उसनू कहा, मैं आख्या भी प्यारिया तू सारिਆਂ नू लड़ा दिना है, तू ऐसा क्यों करदा है? मैनू कहदा ना जी, मैं ये थोड़ो करदा है, मैं तो गल्लां ही करदा है, मैं तैनूं कहा ही सी आ गल। हुण तुसीं सोच के देख लो भी साडे लोकां नूं जे ऐ पता होवे भी ये कहना कहाउणा जवान दा ही चुगली है, दूजे नूं लड़ा देना ये चुगली नहीं भाई। क्यों भाई ये चुगली नहीं? वो कहना मैं तो गल ही करी सी ते लड़ पे तो वो लड़ पे। सो इस वास्ते आप प्यार ना कहते हैं कि हे सतगुरु मैं चोर भी हैं चुगल भी हैं, जो गल करदा अपने मतलब ली करदा है जी।
चोर चुगल इंद्री रस माता, मतलब की सब बात विचारी। खुद मतलबी निर्दयी मानी, बहुतन का अपमान कियारी। ਇਹ ਹੁਣ ਕੌਣ ਆਪਦੇ ਐਬ ਗਿਣਦਾ ਹੈ? ਜਿਸ ਦੇ ਦਿਲ ਅੰਦਰ ਖੌਫ ਹੈ, ਜੋ ਡਰਦਾ ਹੈ ਕਿ ਇਹਨਾਂ ਦੀ ਮੈਨੂੰ ਸਜ਼ਾ ਮਿਲੇਗੀ। ਮੈਂ ਸ਼ੁਰੂ 'ਚ ਹੀ ਦੱਸ ਕੇ ਆਇਆ ਸੀ, ਜਦ ਭਗਤ ਸੋਚਦਾ ਹੈ ਕਿ ਇਹਨਾਂ ਆਇਬਾਂ ਪਾਪਾਂ ਪਿੱਛੇ ਮੈਨੂੰ ਬੜੀ ਕਰੜੀ ਔਰ ਲੰਮੀ ਸਜ਼ਾ ਭੁਗਤਣੀ ਪਏਗੀ। ਪਾਪ ਦੀ ਅਵਧੀ ਤਾਂ ਬੜੀ ਛੋਟੀ ਹੁੰਦੀ ਹੈ, ਲੇਕਿਨ ਸਜ਼ਾ ਬੜੀ ਲੰਮੀ ਹੁੰਦੀ ਹੈ। ਤੁਹਾਨੂੰ ਪਤਾ ਹੈ, ਕੋਈ ਕਤਲ ਕਰਦਾ ਹੈ ਤਾਂ ਮਿੰਟ ਲੱਗਦਾ ਹੈ, ਲੇਕਿਨ ਉਹਦੀ ਸਜ਼ਾ ਦੁਨੀਆ ਦੇ ਵਿੱਚ ਵੀ ਕਿੰਨੀ ਲੰਮੀ ਹੈ। ਇਸ ਵਾਸਤੇ ਆਪ ਕਹਿੰਦੇ ਹੈ, ਮੈਂ ਖੁਦ ਮਤਲਬੀ ਹਾਂ। ਜਿੱਥੇ ਕੋਈ ਮਤਲਬ ਹੱਦ ਹੁੰਦਾ ਹੈ, ਉੱਥੇ ਮੈਂ ਬੈਠਦਾ ਹੈ, ਉੱਥੇ ਗੱਲ ਸੁਣਦਾ ਹੈ। ਜਦ ਮਤਲਬ ਹੱਲ ਹੋ ਗਿਆ ਤੇ ਮੈਂ ਨਿਰਦਈ ਵੀ ਹਾਂ। ਫਿਰ ਬੇਸ਼ੱਕ ਜਿਸ ਤੋਂ ਮਤਲਬ ਲਿਆ ਹੈ, ਭਾਵੇਂ ਉਹ ਕੁਛ ਵੀ ਮੈਨੂੰ ਕਵੇ, ਇਹ ਸਤਿਗੁਰੂ ਇੰਨਾ ਕੁਛ ਮੇਰੇ ਵਿੱਚ ਹੈ ਜੀ। खुद मतलबी निर्दयी मानी, बहुतन का अपमान कियारी। कोटन पाप किए बहुत तेरे, कहूँ कहाँ लगवार ना पारी। ਹੋਰ ਮੈਂ ਕੀ ਦੱਸਾਂ, ਕਰੋੜਾਂ ਐ ਵੀ ਐ ਮੈਂ ਕੀਤੇ ਹੈ। ਕੋਈ ਚੰਗਾ ਕੰਮ ਕਰਿਆ ਹੋਵੇ ਤਾਂ ਮੈਂ ਤਾਦੀ ਤੇਰੇ ਅੱਗੇ ਆ ਕੇ ਸੱਚਾ ਹੋਵਾਂ ਕਿ ਮੈਂ ਆ ਚੰਗਾ ਕੀਤਾ ਹੈ। ਹੇ ਗੁਰੂਦੇਵ, ਮੈਂ ਸਾਰਾ ਹੀ ਐਬਾਂ ਦਾ ਭਰਿਆ ਹੈ, ਪੈਰ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਐ ਵੀ ਐਬ ਹੈ ਜੀ। कोटन पाप किए बहुत तेरे, कहूँ कहाँ लगवार न पारी। ਗੁਰੂ ਨਾਨਕ ਦੇਵ ਨੇ ਵੀ ਕਿਹਾ ਹੈ, ਜੇਤੇ ਨੀਰ ਸਮੁੰਦ ਭਰਿਆ ਤੇਤੇ ਔਗਣ ਹਮਾਰੇ। ਜਿੰਨਾ ਸਮੁੰਦਰ ਭਰਿਆ ਹੈ, ਇਹ ਸਾਰੇ ਪਾਣੀ ਨੂੰ ਅਗਰ ਇੱਕ ਪਾਸੇ ਤੋਲਿਆ ਜਾਵੇ, ਰੱਖਿਆ ਜਾਵੇ, ਤੇ ਮੇਰੇ ਔਗਣ ਫਿਰ ਵੀ ਭਾਰੇ ਹੈ। ਦਇਆ ਕਰੋ ਔਰ ਮਿਹਰ ਪਾਵੋ, ਸਿਰਫ ਤੂੰ ਹੀ ਦਇਆ ਕਰ, ਮਿਹਰ ਕਰ, ਡੁੱਬਦੇ ਪੱਥਰ ਤਾਰੇ। ਆਪ ਕਹਿਣ ਲੱਗਿਆ, ਤੂੰ ਪੱਥਰ ਦਿਲਾਂ ਨੂੰ ਵੀ ਤਾਰਿਆ। ਭਾਈ ਗੁਰਦਾਸ ਨੇ ਕਿਹਾ ਹੈ ਕਿ ਜਿਸ ਦਰਖਤ ਹੇਠ ਸੰਤ ਬੈਠ ਜਾਂਦੇ ਹੈ, ਉਹ ਵੀ ਖੁਸ਼ ਹੋ ਜਾਂਦਾ ਹੈ। ਲੋਕ ਵਕਤ ਪਾ ਕੇ ਉਹਦੀ ਪੂਜਾ ਕਰਨ ਲੱਗ ਜਾਂਦੇ ਹੈ। ਪਸ਼ੂ ਪ੍ਰੇਤ ਜਿਹੜਾ ਕੋਈ ਰਹਿੰਦਾ ਹੈ, ਉਹਨਾਂ ਦੇ ਸ਼ਰਨ ਵਿੱਚ ਆ ਜਾਂਦਾ ਹੈ, ਉਹ ਵੀ ਤਰ ਜਾਂਦਾ ਹੈ। ਦੈਂਤ ਵੀ ਬੜੇ ਬੜੇ ਕੌਡੇ ਰਾਖਸ਼ ਵਰਗੇ ਸੰਤਾਂ ਦੀ ਸ਼ਰਨ ਵਿੱਚ ਆ ਕੇ ਮਹਾਤਮਾ ਬਣ ਗਏ। ਤੋ ਬੰਦਾ ਕਿਉਂ ਨਾ ਤਰੇ ਜੋ ਸ਼ਰਨ ਚੱਲ ਆਉਂਦਾ। ਭਾਈ ਗੁਰਦਾਸ ਕਹਿੰਦੇ ਵੀ ਭਾਈ ਬੰਦਾ ਕਿਉਂ ਨਹੀਂ ਤਰੇਗਾ ਜਿਹੜਾ ਖੁਦ ਸ਼ਰਨ ਦੇ ਵਿੱਚ ਆ ਕੇ, ਜੋ ਸੰਤ ਸਤਸੰਗ ਦੇ ਵਿੱਚ ਕਹਿੰਦੇ ਆ ਕਿ ਆ ਬਈ ਇੱਕ ਸਤਸੰਗ ਦੇ ਵਿੱਚ ਅਸੀਂ ਇੱਕ ਐਬ ਛੱਡਾਂਗੇ ਤੇ ਕਿਤਨੇ ਕ ਹੈ ਬਈ, ਥੋੜੇ ਥੋੜੇ ਅਸੀਂ ਛੱਡ ਸਕਦੇ ਹਾਂ ਜੀ। कोटन पाप किए बहुत तेरे, कहूँ कहाँ लगवार न पारी। हे सतगुरु दया, हे सतगुरु अब दया विचारो, क्या मुख ले मैं करूं पुकारी। ਸੇ ਕਹਿੰਦਾ ਹੈ ਸਤਿਗੁਰੂ, ਮੇਰੇ ਉਹ ਮੂੰਹ ਹੀ ਨਹੀਂਗਾ, ਕਿਉਂਕਿ ਮੂੰਹ ਵੀ ਤਾਂ ਹੀ ਪਵਿੱਤਰ ਹੋਏਗਾ ਜੇ ਰਸਨਾ ਦੇ ਨਾਲ ਨਾਮ ਜਪਿਆ ਹੋਵੇ ਤਾਂ। ਤੂੰ ਹੀ ਦਇਆ ਕਰ, ਤੂੰ ਹੀ ਮਿਹਰ ਕਰ ਜੀ।
हे सतगुरु अब दया विचारो, क्या मुख ले मैं करूं पुकारी। नेह परतीत प्रीत नेह रंचक, कस कस मेरा करो उभारी। मैं देखा देखी आਉਣਾ है, ना मेरे अंदर तेरी प्रतीत आई, ना मेरे अंदर तेरी प्रीत है। ਤਾਰਨ ਵਾਲੀਆਂ ਦੋ ਹੀ ਚੀਜ਼ਾਂ ਹੁੰਦੀਆਂ ਹੈ, ਜਿਹਦੇ ਅੰਦਰ ਪ੍ਰੀਤ ਹੈ ਉਹਦੇ ਅੰਦਰ ਪ੍ਰਤੀਤ ਵੀ ਆਪਣੇ ਆਪ ਆ ਜਾਂਦੀ ਹੈ, ਜਿਹਦੇ ਅੰਦਰ ਪ੍ਰੀਤ ਨਹੀਂ ਉਹਦੇ ਅੰਦਰ ਪ੍ਰਤੀਤ ਵੀ ਨਹੀਂ ਹੁੰਦੀਗੀ ਜੀ। नेह परतीत प्रीत नेह रंचक, कस कस मेरा करो उभारी। मोसा कुटिल और नेह जग में, तुम सतगुरु मोहे लेव सुधारी। हे सतगुरु, मेरे जैसा कौन है भी है, कुटिल है, तू ही मैनू सुधार, अपनी कृपा कर। प्रीत प्रतीत की तरफ बड़ी एक लफ्ज स्वामी जी ने कहा है, क्योंकि आम तौर के उत्ते असी प्रतीत ना होने करके अगर दो आदमियों ने कह दिता कि महात्मा बड़ा अच्छा है, तो असी उस पासे झुक जाने हैं। अगर 10 आदमियों ने यह कहता कि पखंड बनाई बैठा है, तो असी उससे निंदा करन लग जाने हैं। तुसी सोच के देख लो साडा किस तरह उदार होवे, वो परमात्मा साडी किहड़ी चीज नूं देखेगा। सो इस वास्ते प्यार ना कहते हैं, जिन्हां दी प्रीत हुंदी है उन्हां नूं प्रतीत आ जाती है। जद प्रतीत आ जाती है, गुरु तेग बहादुर साहब दे नाल उन्हां दे 5 सेवक सन, क्योंकि उस वक्त हिंदुस्तान दे हालात दुनियावी धर्म नूं बड़ा ही उस वक्त दे विच दुख सहना पिया सीगा। ਜਦੋਂ ਉਹਨਾਂ ਦੇ ਪਾਸ ਆ ਕੇ ਕੁਝ ਪੰਡਤਾਂ ਨੇ ਪੁਕਾਰ ਕੀਤੀ, ਉਹ ਕਹਿੰਦੇ ਵੀ ਅੱਛਾ ਤੂੰ ਉਹਨਾਂ ਨੂੰ ਕਹਿ ਦਿਓ ਵੀ ਅਗਰ ਤੇਗ ਬਹਾਦਰ ਦੀਨ ਛੱਡ ਦੇਣ, ਕਬੂਲ ਕਰ ਲੈਣ, ਤਾਂ ਅਸੀਂ ਸਾਰੇ ਤੁਹਾਡੇ ਦੀਨ ਵਿੱਚ ਆ ਜਾਾਂਗੇ। ਉਹ ਚਲੇ ਗਏ। ਔਰੰਗਜ਼ੇਬ ਨੇ 3 ਸ਼ਰਤਾਂ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਪੇਸ਼ ਕੀਤੀਆਂ, या तो दीन छड़ दो या करामात दिखाओ, तो या अपना सिर भी कलम करा लो। वो कहते देखो बई ये तो हुण परमात्मा नूं मंजूर सीगा हिंदुआं दे घरे जन्म देना या मुसलमानां दे या होर जाति च, ये साडे इख्तियार नहीं सी। पर जिस धर्म दे विच उहने पैदा कर दिता है, एक मामूली जीवन वास्ते उस नूं छड्डना ये किन्नी बुरी गल है, किन्नी कोझी गल है, किन्नी बुझदिली गल है। वो कहते पै काहू को देत न पायमान तान, मालिक दे प्यारे ना किसे नूं पै दिंदे आ, ना वो मनदे ही है। सो इस वास्ते करामात है जिहड़ी वो कहण लगे कि परमात्मा ने किसी नूं कदे शरीक नहीं बनायागा। तो संत महात्मा ना उहदे शरीक बनते ही है, वो तो उहदे प्यारे बेटे बन जाते हैं। प्यारा बेटा जो चाहे अपने पिता तो करा सकता है। इसी तरह आप कहने लगे करामात कहर है। रही तीसरी शर्त, सिर बई हाजिर है, एक दिन जाना ही है। गुरु गोबिंद सिंह ने उन्होंने मुतलक लिखा, ठीकर फोर दलीस पर कियो बयान, तेग बहादुर सी किरिया करी ना किनू आन। तेग बहादुर की तरह
ਕਿਸੇ ਨੇ ਕਿਰਿਆ ਨਹੀਂ ਕਰੀ ਸੀ। ਜਿਹੜਾ ਜ਼ਿੰਦਗੀ ਦਾ ਠੀਕਰਾ ਸੀ ਉਹ ਔਰੰਗਜ਼ੇਬ ਦੇ ਉਸ ਵਕਤ ਦੇ ਹੁਕਮਰਾਨ ਦੇ ਸਿਰ ਵਿੱਚ ਭੰਨ ਗਏ। ਤਾਂ ਫਿਰ ਦਿਲ ਦੇ ਵਿੱਚ ਖਿਆਲ ਆਇਆ ਕਿ ਜਿਹੜੇ ਇਹਨਾਂ ਦੇ ਨਾਲ ਸਿੱਖ ਹੈ, ਪਹਿਲਾਂ ਆਪਾਂ ਉਹਨਾਂ ਨੂੰ ਤਸੀਹੇ ਦੇਈਏ, ਸ਼ਾਇਦ ਇਹ ਡਰ ਜਾਏਗਾ। ਤਾਂ ਭਾਈ ਮਤੀ ਦਾਸ ਨੂੰ, ਭਾਈ ਦਿਆਲੇ ਨੂੰ ਉਬਲਦੀ ਦੇਗ ਵਿੱਚ ਉਬਾਲ ਦਿੱਤਾ। ਤੁਸੀਂ ਦੇਖ ਲਓ, ਗਰਮ ਪਾਣੀ ਦੇ ਵਿੱਚ ਕੋਈ ਉਬਾਲ ਦੇਵੇ ਕੀ ਹਾਲਤ ਹੈ ਬਈ। ਕਹਿੰਦੇ ਸੀ ਜੇ ਇਹਦੇ 'ਚ ਕੋਈ ਕਰਾਮਾਤ ਹੈ ਤਾਂ ਫਿਰ ਤੁਹਾਨੂੰ ਬਚਾਵੇ। ਉਹ ਕਹਿੰਦੇ ਵੀ ਕਰਾਮਾਤ ਜਿਹੜੀ ਹੈ ਇਹਦੇ ਵਿੱਚ ਉਹ ਅਸੀਂ ਜਾਣਦੇ ਹਾਂ, ਗੁਰੂ ਦੀ ਕਰਾਮਾਤ ਹੈ ਸੇਵਕ ਦੀ ਸੰਭਾਲ ਕਰਨੀ। ਤਾਂ ਉਹਨਾਂ ਦੇ ਸਾਹਮਣੇ ਹੀ ਮਤੀ ਦਾਸ ਨੂੰ ਆਰੇ ਦੇ ਨਾਲ ਚੀਰ ਦਿੱਤਾ। ਇਹੀ ਸ਼ਰਤ ਮਤੀ ਦਾਸ ਦੇ ਅੱਗੇ ਰੱਖੀ। ਉਹਨੂੰ ਪ੍ਰਤੀਤ ਸੀ ਕਿ ਮੇਰਾ ਜੋ ਗੁਰੂ ਹੈ ਇਹ ਕੁੱਲ ਮਾਲਕ ਹੈ, ਪ੍ਰਮਾਤਮਾ ਹੈ, ਇਹਨੂੰ ਛੱਡ ਕੇ ਮੈਂ ਕਿੱਥੇ ਜਾਊਂਗਾ ਬਈ। ਇਹਦਾ ਨਾ ਪ੍ਰਤੀਤ ਹੈ, ਉਹਦਾ ਸਾਥ ਨਹੀਂ ਛੱਡਿਆ, ਉਹ ਪ੍ਰੀਤ ਸੀ ਜੀ। मोसा कुटिल और नह जग में, तुम सतगुर मोहे लेव सुधारी। जतन करूं तो बन नह आवत, हारे हारे अब शरण पड़ारी। ਸੇਵਕ ਕਹਿੰਦਾ ਮੇਰਾ ਯਤਨ ਕੁਛ ਨਹੀਂ ਕਰਦਾ, ਮੈਂ ਥੱਕ ਕੇ ਚੂਰ ਹੋ ਕੇ ਤੇਰੀ ਸ਼ਰਨ ਵਿੱਚ ਆ ਗਿਆ ਹਾਂ। ਸ਼ਰਨ ਲੈਣੀ ਬੜੀ ਔਖੀ ਹੈ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਭਜਨ ਕਰਨਾ ਤਾਂ ਜੇ ਆਸਾਨ ਹੈ, ਸ਼ਰਨ ਲੈਣੀ ਬੜੀ ਔਖੀ ਹੈ। ਸ਼ਰਨ ਲਈ ਗੁਰੂ ਅੰਗਦ ਦੇਵ ਨੇ, ਗੁਰੂ ਅਮਰਦੇਵ ਨੇ, ਜਿਹੜੇ ਇੱਕ ਵਾਰੀ ਗੁਰੂ ਦੀ ਸ਼ਰਨ ਵਿੱਚ ਆਏ ਵਾਪਸ ਨਾ ਗਏ। ਇੱਕ ਦਿਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇ ਨਾਲ ਤੁਰੇ ਜਾ ਰਹੇ ਸੀਗੇ। ਉਹਨਾਂ ਦੀ ਬਾਂਹ ਉਹਨਾਂ ਦੇ ਅੱਗੇ ਨਿਕਲ ਗਈ ਸੀ। ਉਹਨਾਂ ਨੇ ਸਾਲ ਪਾਰਾ ਬਾਂਹ ਹੀ ਪਿੰਡੇ ਦੇ ਨਾਲ ਬੰਨ੍ਹ ਕੇ ਰੱਖੀ ਕਿ ਤੂੰ ਗੁਰੂ ਤੋਂ ਅੱਗੇ ਨਿਕਲਦੀ ਹੈ। ਸ਼ਰਨ ਲੈਣੀ ਬੜੀ ਔਖੀ ਹੈ। ਜਦੋਂ ਝੱਖੜ ਆਉਂਦਾ ਹੈ ਬੜੇ ਬੜੇ ਦਰਖਤ ਟੁੱਟ ਜਾਂਦੇ ਹੈ। ਜਦੋਂ ਕਸ਼ਟ ਆਉਂਦਾ ਹੈ ਉਦੋਂ ਬੜਾ ਮੁਸ਼ਕਲ ਹੈ ਪਾਸ ਹੋਣਾ ਜੀ। जतन करूं तो बन नह आवत, हारे हारे अब शरण पड़ारी। ਸ਼ਰਨ ਲਈ ਮਹਾਰਾਜ ਸਾਵਣ ਸਿੰਘ ਦੇ, ਮਹਾਰਾਜ ਕਿਰਪਾਲ ਨੇ, ਉਹਨਾਂ ਦੀ ਸ਼ਰਨ ਤੁਹਾਨੂੰ ਪਤਾ ਹੈ ਕਿ ਮੌਤ ਪਦੈਸ਼ ਦੇ ਸੰਸਾਰ ਹੈ। ਮਹਾਰਾਜ ਸਾਵਣ ਸਿੰਘ ਦਾ ਜਵਾਨ ਲੜਕਾ ਸੀਗਾ, ਓਵਰਸੀਅਰ ਲੱਗਿਆ ਹੋਇਆ ਸੀਗਾ, 31-32 ਸਾਲ ਦਾ ਸੀਗਾ। ਤਾਂ ਉਹਨਾਂ ਨੇ ਬਿਆਸ ਸਟੇਸ਼ਨ ਦੇ ਉੱਤੇ ਆਪਦੇ ਬੱਚੇ ਦਾ ਸਵਾਸ ਪੂਰਾ ਕਰਾਇਆ ਕਿ ਜੇ ਮੈਂ ਡੇਰੇ ਗਿਆ ਉੱਥੇ ਬੀਬੀ ਰੋਕੋ ਨੇ ਕਹਿਣਾ ਕਿ ਇਸ ਦੀ ਜ਼ਿੰਦਗੀ ਹੈ ਜਿਹੜੀ ਉਸ ਨੂੰ ਵਧਾਓ ਔਰ ਇਹਦੇ ਨਾਲ ਮੇਰੀ ਗੁਰਮੁਖਤਾ ਦੇ ਵਿੱਚ ਫਰਕ ਆਏਗਾ। ਉਹ ਕਹਿੰਦੇ ਜਦੋਂ ਉਹਨਾਂ ਨੇ ਸਵਾਸ ਪੂਰਾ ਕੀਤਾ ਮੈਂ ਆਪਣੇ ਦਿਲ ਨੂੰ ਫਰੋਲ ਕੇ ਦੇਖਿਆ, ਨਾ ਉਦੋਂ ਗਮੀ ਸੀ, ਨਾ ਕੋਈ ਸ਼ਾਦੀ ਸੀ, ਨਾ ਕੋਈ ਗਮ ਸੀ, ਨਾ ਖੁਸ਼ੀ ਸੀ। ਉਹ ਕਹਿੰਦੇ ਕਿਹਦੀ ਕਿਰਪਾ ਸੀ ਬਈ? ਬਾਬਾ ਜੈਮਲ ਸਿੰਘ ਦੀ ਸੀ। ਤੁਸੀਂ ਦੇਖ ਲਓ, ਲੜਕਾ ਓਵਰਸੀਅਰ ਲੱਗਿਆ ਹੋਵੇ, ਜਵਾਨ ਹੋਵੇ, ਉਸ ਵੇਲੇ ਖਿੜੇ ਮੱਥੇ ਮੰਨਣਾ ਕੋਈ ਮਾਮੂਲੀ ਨਹੀਂ। ਕੀ ਸੀ? ਉਹਨਾਂ ਨੇ ਸ਼ਰਨ ਲਈ ਹੋਈ ਸੀ, ਦੁੱਖ ਸੁੱਖ ਉਹੀ ਧਿਆਇਆ। ਇਸੇ ਤਰ੍ਹਾਂ ਮਹਾਰਾਜ ਕਿਰਪਾਲ ਸੀ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦ ਉਹਨਾਂ ਦਾ ਲੜਕਾ ਸਰੀਰ ਛੱਡ ਗਿਆ ਤਾਂ ਆਪ ਖੁਸ਼ੀ ਖੁਸ਼ੀ ਜਦ ਸ਼ਮਸ਼ਾਨ ਭੂਮੀ ਦੇ ਵਿੱਚ ਲੈ ਕੇ ਗਏ,
ਨਾ ਖੁਸ਼ੀ ਸੀ ਨਾ ਗਮੀ ਸੀ। ਉਹਨਾਂ ਦੀ ਇਸ ਹਾਲਤ ਨੂੰ ਦੇਖ ਕੇ ਹੀ ਰਾਜਾ ਰਾਮ ਸਰਾਫ, ਜਿਹੜਾ ਕਿ ਆਰੀਆ ਸਮਾਜੀ ਦਾ ਪ੍ਰੈਜ਼ੀਡੈਂਟ ਸੀ, ਜਿਹੜਾ ਕਿ ਮਹਾਰਾਜ ਸਾਵਣ ਸਿੰਘ ਦਾ ਸੱਚਾ ਸੁੱਚਾ ਸੇਵਕ ਹੋਇਆ, ਸ਼ਰਨ ਵਿੱਚ ਆਇਆ ਕਿ ਇਹ ਕਿਸੇ ਪੂਰੇ ਗੁਰੂ ਦਾ ਸ਼ਿਸ਼ ਹੈ ਜਿਹਦੇ ਉੱਤੇ ਦੁਨੀਆ ਦੀ ਕੋਈ ਗਮੀ ਖੁਸ਼ੀ ਦਾ ਅਸਰ ਨਹੀਂਗਾ। ਕਹਿ ਅਸੀਂ ਸਾਰੇ ਲੈਨੇ ਹੈ, ਲੇਕਿਨ ਜਿਨ੍ਹਾਂ ਨੇ ਸ਼ਰਨ ਲਈ ਹੁੰਦੀ ਹੈ ਪਿਆਰੇ, ਬੜੇ ਗਿਣਤੀ ਦੇ ਹੁੰਦੇ ਆ। ਜੱਗ ਮੇ ਉਤਮ ਕੱਢੀਏ ਵਿਰਲੇ ਕਈ ਕੇ, ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਂਦਾ, ਸੁੱਖ ਵੀ ਆਉਂਦਾ ਹੈ। ਕਈ ਐਸੇ ਦੁੱਖ ਜ਼ਿੰਦਗੀ 'ਚ ਆ ਜਾਂਦੇ ਹੈ ਕਿ ਜਿਹੜੇ ਹਿਲਾ ਕੇ ਰੱਖ ਦਿੰਦੇ ਆ ਬੰਦੇ ਨੂੰ। ਜੀ ਯਤਨ ਕਰੂੰ ਤੋ ਬਨ ਨਹਿ ਆਵਤ, ਹਾਰੇ ਹਾਰੇ ਅਬ ਸ਼ਰਨ ਪੜਾਰੀ। यह भी बात कही मैं मुँह से, मन से सर न कठिन भयारी। ਸੇਵਕ ਕਹਿੰਦਾ, ਹੇ ਸਤਿਗੁਰੂ, ਮੈਂ ਜੋ ਕਹਿਣਾ ਮੈਂ ਸ਼ਰਨ ਲਈ ਹੈ, ਇਹ ਵੀ ਮੈਂ ਮੂੰਹ ਤੋਂ ਕਹਿਣਾ ਹੈ, ਅੰਦਰ ਜਿਹੜਾ ਮਨ ਹੈ ਉਹ ਫਿਰ ਵੀ ਨਹੀਂ ਮੰਨ ਰਿਹਾਗਾ। ਜੀ यह भी बात कही मैं मुँह से, मन से सर न कठिन भयारी। शरण लेना यह भी कहना, झूठ हुआ मुँह का कहनारी। तुम्हारी गत मत तुम ही जानो, जस तस मेरा करो उभारी। ਕਿਉਂਕਿ ਸੇਵਕ ਜਦ ਆਪਦੀ ਕਮਜ਼ੋਰੀ ਦੇਖਦਾ ਹੈ, ਉਸ ਵੇਲੇ ਹੀ ਉਸ ਦੇ ਅੱਗੇ ਪੁਕਾਰ ਗੁਰੂ ਦੇ ਕਰਦਾ ਹੈ ਕਿ ਮੈਂ ਜਿਵੇਂ ਵੀ ਹੈ ਤੂੰ ਹੀ ਮੈਨੂੰ ਲਿਜਾ ਸਕਦਾ ਹੈ, ਤੂੰ ਹੀ ਮੈਨੂੰ ਸੁਧਾਰ ਸਕਦਾ ਹੈ, ਤੂੰ ਹੀ ਮੇਰੇ ਐਬਾਂ ਨੂੰ ਮਾਫ ਕਰ ਸਕਦਾ ਹੈ, ਤੂੰ ਹੀ ਕਮਾਈ ਕਰਾ ਸਕਦਾ ਹੈ, ਜੋ ਕੁਛ ਹੈ ਤੂੰ ਹੀ ਹੈ। ਜੀ तुम्हारी गत मत तुम ही जानो, जस तस मेरा करो उभारी। मैं तो नीच कपट संशय रत, लगे न चरणन प्रीत करारी। ਮੈਂ ਤਾਂ ਨੀਚ ਹੈ, ਕਪਟੀ ਹੈ, ਤੂੰ ਆਪਦੇ ਚਰਨਾਂ ਨਾਲ ਲਾਈ ਰੱਖ। ਮੈਂ ਆਪਣੇ ਆਪ ਅਗਰ ਕਹਾਂ ਮੈਂ ਤੇਰੇ ਚਰਨਾਂ ਨਾਲ ਲੱਗ ਜਾਊਂਗਾ, ਇਹ ਮੁਸ਼ਕਿਲ ਹੈ, ਤੂੰ ਦਿਆ ਕਰ। ਜੀ मैं तो नीच निपट संशय रत, लगे न चरणन प्रीत करारी। मेरे रोग असाध परे हैं, तुम बिन को अस करे दवारी। ਰੋਗ ਦੀ ਦਵਾਈ ਹੁੰਦੀ ਹੈ, ਜਿਹੜਾ ਅਸਾਧ ਰੋਗ ਹੁੰਦਾ ਹੈ ਉਸ ਦੀ ਕੋਈ ਦਵਾਈ ਨਹੀਂ ਹੁੰਦੀ ਗੀ। ਇਸ ਵਾਸਤੇ ਕਹਿੰਦਾ ਮੇਰੇ ਤਾਂ ਅਸਾਧ ਰੋਗ ਹੈ, ਪਰ ਤੂੰ ਵੈਦ ਹੈ। ਤੁਸੀਂ ਭਜਨ 'ਚ ਪੜ੍ਹਦੇ ਹੋ, ਸਾਨੂੰ ਜਨਮ ਮਰਨ ਦਾ ਦੁੱਖ ਵੇ, ਬਣ ਵੈਦ ਰੋਗ ਨੂੰ ਚੁੱਕਵੇ। ਸਾਨੂੰ ਕੀ ਦੁੱਖ ਹੈ ਬਈ? ਜੰਮਣ ਦਾ ਹੈ, ਮਰਨ ਦਾ ਹੈ। ਪਦੈਸ਼ ਵੇਲੇ ਬੀਬੀਆਂ ਜਾਣਦੀਆਂ ਹੀ ਹਨ ਕਿ ਬੱਚੇ ਦੀ ਕੀ ਹਾਲਤ ਹੁੰਦੀ ਹੈ। ਮੌਤ ਵੇਲੇ ਆਪਾਂ ਜਾਣਦੇ ਹਾਂ ਕਿ ਬੰਦੇ ਦੀ ਕੀ ਹਾਲਤ ਹੁੰਦੀ ਹੈ। ਉਹ ਮੌਤ ਨਾ ਬੁੱਢੇ ਦਾ, ਨਾ ਜਵਾਨ ਦਾ, ਨਾ ਬੱਚੇ ਦਾ ਲਿਹਾਜ਼ ਕਰਦੀ ਹੈ। ਉਹ ਨਾ ਕੋਈ ਬੜੇ ਅਹੁਦੇ ਤੇ ਕਿਸੇ ਦਾ ਲਿਹਾਜ਼ ਕਰਦੀ ਹੈ। ਮੌਤ ਵੇਲੇ ਤੁਹਾਨੂੰ ਪਤਾ ਹੈ ਉਹ ਦੁਖਦਾਈ ਘੜੀ ਦਾ ਪਤਾ ਨਹੀਂ ਕਿਸ ਤਰ੍ਹਾਂ ਸਾਹਮਣਾ ਕਰਨਾ ਪੈਣਾ ਹੈ।
ਕੋਈ ਲਿਹਾਜ਼ ਕਰਦੀ ਹੈ ਕਿ ਬੜਾ ਨੇਤਾ ਹੈ, ਇਸ ਨੂੰ ਮੈਂ ਨਾ ਤੰਗ ਕਰਾਂ। ਨਹੀਂ ਪਿਆਰਿਓ, ਉਹ ਪਿੰਜੇ ਦੀ ਤਰ੍ਹਾਂ ਪਿੰਜ ਦਿੰਦੀ ਹੈ। ਹਿੰਦੂ ਸ਼ਾਸਤਰਾਂ ਦੇ ਵਿੱਚ ਆਉਂਦਾ ਹੈ, ਤੁਲਸੀ ਸਾਹਿਬ ਨੇ ਵੀ ਕਿਹਾ ਹੈ, ਮਿਰਤੂ ਕੇ ਸਮੇਂ ਪੀੜਾ ਹੋ ਤਾਂ ਅਪਾਰ, ਬਿੱਛੂ 1000 ਦਾ ਤੇ ਡੰਕ ਲੱਗੇ ਇੱਕ ਵਾਰ। ਰਿਖੀਆਂ ਮੁਨੀਆਂ ਨੇ ਅਗਰ ਭਜਨ ਵਿਆਸ ਕੀਤਾ, ਇਸ ਕਸ਼ਟ ਤੋਂ ਡਰਦਿਆਂ ਨਹੀਂ ਕੀਤਾ ਹੈ ਜੀ। मेरे रोग असाध परे हैं, तुम बिन को यस करे दवारी। जब चाहो जब छिन में टारो, मेहर दया की मौज निरारी। हे सतगुरु, तेरी मौज, तेरी दया, तेरी मेहर दी मौज बड़ी निराली है। अगर तू कृपा करे तो छिन विच सानू बख्श सकता है और बख्शदा है जी। पिछले अवगुण बख्श ले, प्रभ अगे मार्ग पावै। हमेशा संत कहते हैं कि जो पिछे कर ले है उत्थे ही खड़े रहो, अगे नू तौबा कर जाओ जी। जब चाहो जब छिन में टारो, मेहर दया की मौज निरारी। बारंबार करूं मैं बिनती, और प्रार्थना करूं तुम्हारी। मैं सासाना बेनती करदा है, सासाना मैं प्रार्थना करदा है। असल सच्ची प्रार्थना सेवक दी हुंदी है। जदों अभ्यास ते बैठदा है, अभ्यास ते बैठते असीं प्रार्थना ही करते हुंदे हैं। वो कोई प्रार्थना नहीं कि 20-50 बंदे आपां इकट्ठे हो जाने हैं, प्रार्थना ते लगे हुंदे हैं। उदों सानू किन्ने वो शब्दां दी उचारण दी हुंदी है, किते गलत ना उचारिया जाए, अग्गा पिछा ना हो जावे। किन्ने किन्ने असीं उदों लगे पे हुंदे हैं, किते साजां दी आवाज़ ना रले। मैं दसदा हुंदा कि घाणा दे अंदर मैनू उत्थे मंदिर दे विच सत्संग उन्हां ने रखा लिया। मैं चलिया गया, फिर उन्हां ने आरती कीती। मैं आपदी जिंदगी च घट ही इस तरह दी आरती देखी सीगी। फिर उथों काणा निवासियां दे मंदिर विच चले गए, उन्हां ने आरती ਉਹ ਜ਼ਮੀਨ ਦੇ ਉੱਤੋਂ ਇਤਨੇ ਟੱਪ ਰਹੇ ਸੀਗੇ, ਹਰੇਕ ਦੇ ਹੱਥ ਦੇ ਵਿੱਚ ਫੜਿਆ ਹੋਇਆ ਸੀਗਾ ਮੈਕ। ਪਤਾ ਨਹੀਂ ਉਹਨਾਂ ਦੇ ਥੱਲੇ ਨੀਚੇ ਕੋਈ ਸਪਰਿੰਗ ਸੀਗੇ। ਬਲਵੰਤ ਤੋਂ ਤਾਂ ਉੱਥੇ ਬੈਠਾ ਹੀ ਨਾ ਗਿਆ, ਹੱਸ ਕੇ ਬਾਹਰ ਨਿਕਲ ਗਈ। ਤੋ ਮੈਂ ਉਹਨਾਂ ਨੂੰ ਇਹੀ ਕਿਹਾ ਬਾਅਦ ਵਿੱਚ, ਜੋ ਥੋੜਾ ਜਿਹਾ ਮੈਨੂੰ ਬੋਲਣ ਦਾ ਮੌਕਾ ਦਿੱਤਾ। ਮੈਂ ਕਿਹਾ ਮੈਂ ਇਹ ਜੋਸ਼ ਦੇਖ ਕੇ ਬੜਾ ਖੁਸ਼ ਹਾਂ, ਪਰ ਕਿਤੇ ਇਹ ਜੋਸ਼ ਅੰਦਰ ਇਸੇ ਜੋਤ ਨੂੰ ਜਾ ਕੇ ਪ੍ਰਾਪਤ ਕਰਨ ਵਾਸਤੇ ਲਾਇਆ ਜਾਵੇ ਤੇ ਤੁਹਾਡਾ ਬੜਾ ਰਾਸ ਆ ਸਕਦਾ ਹੈ। ਹੁਣ ਤੁਸੀਂ ਦੇਖ ਲਓ ਵੀ ਜਿਨ੍ਹਾਂ ਦੀਆਂ ਇਹ ਧਾਰਨਾ ਸੀ ਵੀ ਸਾਡਾ ਕਿਤੇ ਵਾਜੇ ਢੋਲਕੀ ਦੇ ਨਾਲ ਉਹ ਇਸ ਤਰ੍ਹਾਂ ਕਰ ਰਹੇ ਸੀਗੇ, ਕੀ ਉਹ ਪ੍ਰਾਰਥਨਾ ਹੈ? ਪ੍ਰਾਰਥਨਾ ਤਾਂ ਉਹੀ ਮਨਜ਼ੂਰ ਹੈ ਕਿ ਜਿਹੜੀ ਸਾਡਾ ਖਿਆਲ ਟਿਕ ਜਾਏ। ਬਸ ਉੱਥੇ ਇੱਕ ਗੁਰੂ ਹੈ, ਇੱਕ ਸੇਵਕ ਹੈ। ਇਹ ਹੈ ਪ੍ਰਾਰਥਨਾ। ਜਿੱਥੇ ਜੀਭ ਹਿੱਲਣੋਂ ਹਟ ਜਾਵੇ, ਹੋਠ ਫਰਕਣੋਂ ਹਟ ਜਾਣ, ਅੱਖ ਉੱਥੇ ਹੀ ਖੜ ਜਾਵੇ, ਇਹਦਾ ਨਾਂ ਪ੍ਰਾਰਥਨਾ ਹੈ ਜੀ। बारंबार करूं मैं बिनती, और प्रार्थना करूं तुम्हारी। तुम बिन और ना कोई दिखे, तुम ही हो मेरे रखवारी। हे सतगुरु, तू मेरा रखवाला है, तेरे बिना होर मेरा केड़ा है जी। तुम बिन और ना कोई दिखे, तुम
फिर बुरा बुरा हूँ, जैसा तैसा आन पड़ारी। कहन लग्या बेशक सतगुरु मैं बुरा है, बुरिया तो भी बुरा है, पर तेरी शरण आया है। गुरु नानक ने कहा कि हुण मेरा नां तेरा चेला पै गया है, कि तैनू नहीं आएगी कि एदा चेला नरक विच जा रहा है। सो इस वास्ते आप प्यार ना कहते हैं, बेशक मैं किन्ना भी बुरा है फिर भी सतगुरु तेरी शरण विच आया है। जो सच्चे दिलों असीं ऐसी प्रार्थना करते हैं वो जरूर सुनता है। गुरु गोबिंद सिंह ने कहा कि कीड़ी दी पिछों सुनदा, वो हाथी दी मगरों सुनदा, कीड़ी दी पहला फरियाद सुन लैंदा है जी। बुरा बुरा फिर बुरा बुरा हूँ, जैसा तैसा आन पड़ारी। अब तो लाज तुम्हें है मेरी, राधा स्वामी खेवो बलारी। ਇਹ ਸ਼ਬਦ ਦੇ ਅੰਦਰ ਸਾਨੂੰ ਭੁੱਲੜ ਜੀਵਾਂ ਨੂੰ ਇੱਕ ਉਹ ਸਿੱਖ ਦੀ ਪ੍ਰਾਰਥਨਾ ਕਰਕੇ ਦੱਸੀ ਜੋ ਸੱਚੇ ਦਿਲੋਂ ਆਪਦੇ ਗੁਰੂ ਦੇ ਅੱਗੇ ਆਪਣੇ ਆਪ ਨੂੰ ਨਿਮਰਤਾ ਦੇ ਵਿੱਚ ਆ ਕੇ ਪ੍ਰਾਰਥਨਾ ਕਰਦਾ ਹੈ, ਬੇਨਤੀ ਕਰਦਾ ਹੈ, ਆਪਦੇ ਔਗੁਣ ਇੱਕ ਇੱਕ ਕਰਕੇ ਵਰਣਨ ਕਰਦਾ ਹੈ ਕਿ हे ਸਤਿਗੁਰੂ ਮੈਂ ਇੰਨੇ ਐਬ ਕੀਤੇ ਹੈ, ਆ ਵੀ ਮੇਰੇ ਵਿੱਚ ਐਬ ਦਾ ਐਬ ਹੈ, ਆ ਵੀ ਮੇਰੇ ਵਿੱਚ ਹੈ। ਫਿਰ ਕਹਿਣ ਲੱਗੇ ਕਿ हे ਸਤਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆਇਆ ਹੈ, ਹੁਣ ਤਾਂ ਤੈਨੂੰ ਹੀ ਲਾਜ ਹੈ, ਤੂੰ ਮੈਨੂੰ ਰੱਖ ਲੈ, ਤੂੰ ਮੈਨੂੰ ਬਖਸ਼ ਲੈ। ਸੋ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਵੀ ਸੱਚੇ ਦਿਲੋਂ ਉਸ ਪ੍ਰਭੂ ਰੂਪ ਹੋਈ ਕਿਰਪਾਲ ਦੇ ਅੱਗੇ ਅਰਦਾਸ ਕਰੀਏ ਕਿ हे ਪ੍ਰਮਾਤਮਾ ਸਾਵਣ ਕਿਰਪਾਲ ਤੂੰ ਸਾਨੂੰ ਬਖਸ਼ ਲੈ, ਅਸੀਂ ਤੇਰੀ ਸ਼ਰਨ ਵਿੱਚ ਹੈ। ਅਗਰ ਅਸੀਂ ਸੱਚੇ ਦਿਲੋਂ ਪ੍ਰਾਰਥਨਾ ਕਰਦੇ ਹਾਂ ਤਾਂ ਉਹਦਾ ਬਖਸ਼ਣ ਵਾਲੇ ਦਾ ਘਰ ਤਾਂ ਕੋਈ ਬੰਦ ਨਹੀਂ ਹੁੰਦਾਗਾ, ਉਹਨੂੰ ਬਖਸ਼ਿੰਦਾ ਕੌਣ ਕਹੇਗਾ? ਉਹਦਾ ਘਰ ਹਮੇਸ਼ਾ ਹੀ ਦਇਆ ਦਾ ਦਰਵਾਜ਼ਾ ਖੁੱਲ੍ਹਾ ਰਹਿੰਦਾ ਹੈ। ਮਹਾਰਾਜ ਜੀ ਕਹਿੰਦੇ ਹੁੰਦੇ 25 ਸਾਲ ਉਹਨਾਂ ਨੇ ਹੋਕਾ ਦਿੱਤਾ ਕਿ ਬਈ ਬਖਸ਼ਣ ਵਾਲੇ ਦਾ ਦੇਣ ਵਾਲੇ ਦਾ ਕੀ ਕਸੂਰ ਹੈ, ਜਿਹੜਾ ਤੁਰ ਤੋਂ ਦੇਣ ਹੀ ਆਇਆ ਹੈ। ਮੈਂ ਦੱਸਦਾ ਹੁੰਦਾ ਹੈ ਕਿ ਪਿਆਰਿਓ ਜੈਸਾ ਜੈਸਾ ਸਾਡਾ ਕੱਪ ਸੀ, ਸਾਡਾ ਬਰਤਨ ਸੀ, ਵੈਸਾ ਵੈਸਾ ਉਹਨੇ ਪਾਇਆ। ਜੈਸਾ ਜੈਸਾ ਅਸੀਂ ਹੁਣ ਬਣਾਵਾਂਗੇ ਵੈਸਾ ਵੈਸਾ ਸਾਡੇ ਬਰਤਨ ਵਿੱਚ ਸਾਡੇ ਸਤਿਗੁਰੂ ਪਾਉਣਗੇ। ਇਸੇ ਤਰ੍ਹਾਂ ਮਹਾਰਾਜ ਸਾਵਣ ਸਿੰਘ ਨੇ 45 ਸਾਲ ਹੋਕਾ ਦਿੱਤਾ ਬਈ ਲੈ ਲਓ। ਆਖਰ ਉਹਨਾਂ ਨੇ ਕਿਹਾ ਵੀ ਹੁਣ ਮੈਂ ਬੁੱਢਾ ਹੋ ਗਿਆ ਹਾਂ, ਹੋ ਸਕਦਾ ਤੁਹਾਡਾ ਸਾਡਾ ਅੰਤਲਾ ਮੇਲ ਹੋਵੇ ਔਰ ਤੁਸੀਂ ਲੈ ਲਓ। ਲੇਕਿਨ ਕਿੰਨੇ ਕੁ ਨਿਕਲਦੇ ਆ ਉਹਦੇ ਵਿੱਚੋਂ? ਅਸੀਂ ਕਹਿੰਦੇ ਸਾਰੇ ਹੁੰਦੇ ਹਾਂ। ਅਸੀਂ ਕੀ ਮੰਗਦੇ ਹਾਂ ਜਦੋਂ ਸੰਤ ਐਸੇ ਲਫ਼ਜ਼ ਬੋਲਦੇ ਆ? ਕੋਈ ਕਹਿੰਦਾ ਜੀ ਮੈਨੂੰ ਬਿਮਾਰੀ ਦੂਰ ਹੋ ਜਾਵੇ, ਕੋਈ ਕਹਿੰਦਾ ਜੀ ਮੈਨੂੰ ਮੇਰਾ ਆਹ ਦੁੱਖ ਦੂਰ ਹੋ ਜਾਵੇ, ਕੋਈ ਦੁਨੀਆ ਦਾ ਕੋਈ ਸਮਾਨ ਮੰਗਦਾ, ਕੋਈ ਮੰਗਦਾ ਹੈ। ਮੈਂ ਦੇਖਿਆ ਹੈ ਕਿ ਜਿੰਨੀਆਂ ਚੀਜ਼ਾਂ ਅਸੀਂ ਮੰਗਦੇ ਹਾਂ ਉਹਦੇ ਵਿੱਚੋਂ ਕਸ਼ਟ ਹੀ ਕਸ਼ਟ ਨਿਕਲਦੇ ਹੈ। ਗੁਰੂ ਨਾਨਕ ਕਹਿੰਦੇ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ, ਦੇ ਨਾਮ ਸੰਤੋਖੀਆ ਤੇ ਉਤਰੇ ਮਨ ਕੀ ਭੁੱਖ। ਸੋ ਸਾਨੂੰ ਵੀ ਚਾਹੀਦਾ ਆਪਣਾ ਭਜਨ ਸਿਮਰਨ ਕਰਕੇ ਸਵਾਮੀ ਜੀ ਮਹਾਰਾਜ ਦੀ ਤਰ੍ਹਾਂ ਜੋ ਕੁਝ ਦੱਸਿਆ ਹੈ ਸ਼ਬਦ ਤੇ ਅਮਲ ਕਰੀਏ, ਆਪਣੇ ਜੀਵਨ ਨੂੰ ਪਵਿੱਤਰ ਬਣਾਈਏ। ਜੋ ਸਮਾਂ ਮਿਲਿਆ ਹੈ ਸਾਨੂੰ ਇਨਸਾਨੀ ਜਾਮੇ ਦਾ, ਇਸ ਤੋਂ ਪੂਰਾ ਫਾਇਦਾ ਉਠਾਈਏ।